ਹੈਲੋ ਫਰੈਂਡਸ, ਵੈਲਕਮ ਟੂ ਆਰ ਚੈਨਲ। ਅੱਜ ਆਪਾਂ ਕੰਪਿਊਟਰ ਅਵੇਅਰਨੈਸ ਦੀ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ। ਸੋ ਇਹ ਜਿਹੜੀ ਸੀਰੀਜ਼ ਹੈ ਸਾਰੇ ਦੇ ਸਾਰੇ ਐਗਜ਼ਾਮਸ ਲਈ ਹੈਲਪਫੁਲ ਹੋਏਗੀ, ਚਾਹੇ ਉਹ ਸੈਂਟਰ ਲੈਵਲ ਦਾ ਐਗਜ਼ਾਮ ਹੋਏ ਜਾਂ ਫਿਰ ਸਟੇਟ ਲੈਵਲ ਦਾ, ਕਿਉਂਕਿ ਜਿਹੜੇ ਕੰਪਿਊਟਰ ਕੁਐਸਚਨਸ ਨੇ ਉਹ ਜਨਰਲੀ ਹਰ ਐਗਜ਼ਾਮ ਦੇ ਵਿੱਚ ਪੁੱਛੇ ਹੀ ਜਾਂਦੇ ਨੇ। ਸੋ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਕੰਪਿਊਟਰ ਨੈਟਵਰਕ ਦਾ ਟੌਪਿਕ ਲਿਆ, ਕਿਉਂਕਿ ਇਸ ਟੌਪਿਕ ਤੋਂ ਕਾਫੀ ਕੁਐਸਚਨ ਪੁੱਛੇ ਜਾਂਦੇ ਨੇ। ਸੋ ਇਸ ਟੌਪਿਕ ਦੇ ਇੰਪੋਰਟੈਂਟ ਜਿਹੜੇ ਕੁਐਸਚਨ ਆਪਾਂ ਸਾਰੇ ਦੇ ਸਾਰੇ ਕਵਰ ਕਰਾਂਗੇ। ਅੱਜ ਦੀ ਵੀਡੀਓ ਦੇ ਵਿੱਚ ਬੇਸਿਕ ਕੁਐਸਚਨ ਲਏ ਨੇ, ਆਉਣ ਵਾਲੀ ਵੀਡੀਓ ਦੇ ਵਿੱਚ ਇਸ ਟੌਪਿਕ ਤੋਂ ਸਾਰੇ ਇੰਪੋਰਟੈਂਟ ਕੁਐਸਚਨ ਕਵਰ ਕਰਾਂਗੇ ਤੇ ਹੋਰ ਜਿਹੜੇ ਕੰਪਿਊਟਰ ਦੇ ਇੰਪੋਰਟੈਂਟ ਟੌਪਿਕਸ ਹੈ ਸਾਰੇ ਦੇ ਸਾਰੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਵਰ ਕਰਾਂਗੇ। ਸੋ ਸਟਾਰਟ ਕਰਦੇ ਹਾਂ ਬਿਨਾਂ ਕਿਸੇ ਦੇਰੀ ਤੋਂ। ਫਸਟ ਕੁਐਸਚਨ ਆਪਣੇ ਕੋਲ ਹੈ, ਦ ਫਸਟ ਨੈਟਵਰਕ ਵਾਸ ਕਾਲਡ। ਫਸਟ ਨੈਟਵਰਕ ਵਾਸ ਕਾਲਡ। ਸੋ ਫਸਟ ਨੈਟਵਰਕ ਨੂੰ ਕੀ ਕਿਹਾ ਗਿਆ ਸੀ? ਸੋ ਇਸ ਦਾ ਰਾਈਟ ਆਨਸਰ ਕੀ ਹੈ ਆਪਣੇ ਕੋਲ? ਰਾਈਟ ਆਨਸਰ ਹੈ ਆਰਪਾਨੈਟ। ਆਰਪਾਨੈਟ। ਆਰਪਾਨੈਟ ਜਿਹੜਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ। ਸੋ ਇਸ ਦੇ ਵਿੱਚ ਜਿਹੜੀ ਆਰਪਾਨੈਟ ਦੀ ਜਿਹੜੀ ਫੁੱਲ ਫੋਰਮ ਹੈ ਉਹ ਵੀ ਦਿੱਤੀ ਗਈ ਆ। ਆਰਪਾਨੈਟ ਦਾ ਫੁੱਲ ਫੋਰਮ ਦਾ ਕੁਐਸਚਨ ਵੀ ਪੁੱਛ ਲਿਆ ਜਾਂਦਾ ਹੈ। ਸੋ ਇਸ ਦੀ ਫੁੱਲ ਫੋਰਮ ਹੈ ਐਡਵਾਂਸਡ ਰਿਸਰਚ ਪ੍ਰੋਜੈਕਟਸ ਏਜੰਸੀ ਨੈਟਵਰਕ। ਐਡਵਾਂਸਡ ਰਿਸਰਚ ਪ੍ਰੋਜੈਕਟਸ ਏਜੰਸੀ ਨੈਟਵਰਕ। ਸੋ ਇਹ ਕੀ ਸੀ? ਇਹ ਜਿਹੜਾ ਸੀ ਐਕਸਪੈਰੀਮੈਂਟਲ ਕੰਪਿਊਟਰ ਨੈਟਵਰਕ ਸੀ ਆਰਪਾਨੈਟ। ਐਕਸਪੈਰੀਮੈਂਟਲ ਕੰਪਿਊਟਰ ਨੈਟਵਰਕ ਜਿਹੜਾ ਕਿ ਫੋਰਰਨਰ ਸੀ ਇੰਟਰਨੈਟ ਦਾ, ਫੋਰਰਨਰ ਆਫ ਇੰਟਰਨੈਟ। ਸੋ ਇਹ ਜਿਹੜਾ ਕੁਐਸਚਨ ਹੈ ਇਸ ਦੇ ਨਾਲ ਥੋੜ੍ਹੀ ਜਿਹੀ ਇਹਨਾਂ ਦੇ ਇੰਪੋਰਟੈਂਟ ਪੁਆਇੰਟਸ ਵੀ ਕਵਰ ਕੀਤੇ ਗਏ ਨੇ। ਜੇ ਐਗਜ਼ਾਮ 'ਚ ਪੁੱਛੇ ਜਾਂਦੇ ਤਾਂ ਤੁਸੀਂ ਆਨਸਰ ਕਰ ਪਾਓ। ਸੋ ਇਸ ਕੁਐਸਚਨ ਦਾ ਆਨਸਰ ਕੀ ਆ? ਆਰਪਾਨੈਟ। ਫਸਟ ਨੈਟਵਰਕ ਵਾਸ ਕਾਲਡ ਆਰਪਾਨੈਟ। ਨੈਕਸਟ ਦੇਖ ਲੈਂਦੇ ਹਾਂ। ਸੋ ਨੈਕਸਟ ਕੁਐਸਚਨ ਆਪਣੇ ਕੋਲ ਹੈ, ਸੈਟ ਆਫ ਰੂਲਸ ਦੈਟ ਗਵਰਨ ਡਾਟਾ ਕਮਿਊਨੀਕੇਸ਼ਨ। ਸੈਟ ਆਫ ਰੂਲਸ ਦੈਟ ਗਵਰਨ ਡਾਟਾ ਕਮਿਊਨੀਕੇਸ਼ਨ, ਉਹਨਾਂ ਨੂੰ ਕੀ ਬੋਲਿਆ ਜਾਂਦਾ ਹੈ? ਸੋ ਆਪਣੇ ਕੋਲ ਆਪਸ਼ਨ ਨੇ ਸਰਵਰਸ, RFCs, ਸਟੈਂਡਰਡਸ ਜਾਂ ਫਿਰ ਪ੍ਰੋਟੋਕੋਲ। ਸੋ ਰਾਈਟ ਆਨਸਰ ਕੀ ਹੈ ਆਪਣੇ ਕੋਲ? ਡੀ, ਪ੍ਰੋਟੋਕੋਲਸ। ਸੋ ਜਿਹੜੇ ਰੂਲਸ ਜਾਂ ਰੈਗੂਲੇਸ਼ਨ ਡਾਟਾ ਕਮਿਊਨੀਕੇਸ਼ਨ ਨੂੰ ਗਵਰਨ ਕਰਦੇ ਨੇ ਉਹਨਾਂ ਨੂੰ ਬੋਲਿਆ ਜਾਂਦਾ ਹੈ ਪ੍ਰੋਟੋਕੋਲਸ। ਸੋ ਇਹ ਪ੍ਰੋਟੋਕੋਲਸ ਕੀ ਹੁੰਦੇ ਨੇ? ਸੈਟ ਆਫ ਰੂਲਸ ਜਾਂ ਰੈਗੂਲੇਸ਼ਨਸ ਹੁੰਦੇ ਨੇ। ਇਹ ਕੀ ਅਲਾਉ ਕਰਦੇ ਨੇ? ਕੰਪਿਊਟਰ ਨੈਟਵਰਕ ਦੇ ਵਿੱਚ ਜਿਹੜੇ ਨੋਡਸ ਹੁੰਦੇ ਨੇ ਜਾਂ ਫਿਰ ਕਹਿ ਲਓ ਕੰਪਿਊਟਰਸ ਹੁੰਦੇ ਨੇ, ਉਹਨਾਂ ਨੂੰ ਇਨਫੋਰਮੇਸ਼ਨ ਸੈਂਡ ਔਰ ਰਿਸੀਵ ਕਰਨ ਦੇ ਵੀ ਲਈ ਇਹ ਹੈਲਪ ਕਰਦੇ ਨੇ, ਅਲਾਉ ਕਰਦੇ ਆ। ਜਿਹੜਾ ਡਾਟਾ ਕਮਿਊਨੀਕੇਸ਼ਨ ਹੁੰਦਾ ਹੈ ਉਹ ਰੂਲਸ ਦੇ ਥਰੂ ਹੀ ਹੁੰਦਾ ਹੈ, ਪ੍ਰੋਟੋਕੋਲਸ ਦੇ ਥਰੂ ਹੁੰਦਾ ਹੈ। ਸੋ ਇਹ ਅਲਾਉ ਕਰਦੇ ਆ ਨੈਟਵਰਕ ਆਫ ਨੋਡਸ ਟੂ ਸੈਂਡ ਐਂਡ ਰਿਸੀਵ ਇਨਫੋਰਮੇਸ਼ਨ। ਸੋ ਇਸ ਦਾ ਰਾਈਟ ਆਨਸਰ ਕੀ ਆ? ਪ੍ਰੋਟੋਕੋਲਸ। ਸੈਟ ਆਫ ਰੂਲਸ that govern the data communication is called protocol. So ਇਸ ਦਾ ਰਾਈਟ ਆਨਸਰ ਕੀ ਹੈ? ਡੀ। ਨੈਕਸਟ ਕੁਐਸਚਨ ਦੇਖ ਲੈਂਦੇ ਹਾਂ। ਨੈਕਸਟ ਕੁਐਸਚਨ ਆਪਣੇ ਕੋਲ ਹੈ, ਦ ਕਮਿਊਨੀਕੇਸ਼ਨ ਬਿਟਵੀਨ ਅ ਕੰਪਿਊਟਰ ਐਂਡ ਅ ਕੀਬੋਰਡ ਇਜ਼ ਅ ਡੈਸ਼ ਟਰਾਂਸਮਿਸ਼ਨ। ਸੋ ਜਿਹੜਾ ਕੰਪਿਊਟਰ ਅਤੇ ਕੀਬੋਰਡ ਦੇ ਵਿੱਚ ਦਾ ਟਰਾਂਸਮਿਸ਼ਨ ਹੈ ਉਸਨੂੰ ਕੀ ਬੋਲਿਆ ਜਾਂਦਾ ਹੈ? ਕੰਪਿਊਟਰ ਔਰ ਕੀਬੋਰਡ ਦੇ ਵਿੱਚ ਦਾ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ? ਇਸ ਕੁਐਸਚਨ ਦਾ ਰਾਈਟ ਆਨਸਰ ਹੈ ਏ, ਸਿੰਪਲੈਕਸ ਜਿਹੜਾ ਹੈ ਉਸਨੂੰ ਟਰਾਂਸਮਿਸ਼ਨ ਬੋਲਿਆ ਜਾਂਦਾ ਹੈ। ਜਿਹੜਾ ਕਿ ਕੰਪਿਊਟਰ ਅਤੇ ਕੀਬੋਰਡ ਦੇ ਵਿੱਚ ਦਾ ਟਰਾਂਸਮਿਸ਼ਨ ਹੈ ਉਸਨੂੰ ਬੋਲਿਆ ਜਾਂਦਾ ਹੈ, ਕੀਬੋਰਡ ਅਤੇ ਕੰਪਿਊਟਰ ਦੇ ਵਿੱਚ ਦੇ ਟਰਾਂਸਮਿਸ਼ਨ ਨੂੰ ਬੋਲਿਆ ਜਾਂਦਾ ਹੈ ਸਿੰਪਲੈਕਸ ਟਰਾਂਸਮਿਸ਼ਨ। ਸੋ ਇਹ ਕੁਐਸਚਨ ਦੇ ਵਿੱਚ ਆਪਾਂ ਬਾਕੀ ਜਿਹੜੇ ਮੋਡਸ ਹੈ ਉਹਨਾਂ ਨੂੰ ਵੀ ਕਵਰ ਕਰ ਲੈਣੇ। ਸੋ ਇੱਥੇ ਤੁਸੀਂ ਡਾਇਗਰਾਮ ਦੇਖ ਸਕਦੇ ਹੋ। ਇੱਥੇ ਮੈਂ ਤਿੰਨੋਂ ਤਰ੍ਹਾਂ ਦੇ ਜਿਹੜੇ ਮੋਡਸ ਹੈ ਜਾਂ ਫਿਰ ਟਰਾਂਸਮਿਸ਼ਨ ਮੋਡਸ ਹੈ ਉਹਨਾਂ ਨੂੰ ਕਵਰ ਕੀਤਾ। ਸੋ ਇਸ ਪਿਕਚਰ ਦੇ ਵਿੱਚ ਤੁਸੀਂ ਦੇਖੋ, ਸਿੰਪਲੈਕਸ ਜਿਹੜਾ ਟਰਾਂਸਮਿਸ਼ਨ ਹੁੰਦਾ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਕਮਿਊਨੀਕੇਸ਼ਨ ਹੈ ਉਹ ਜਿਹੜਾ ਟੇਕ ਪਲੇਸ ਹੁੰਦਾ ਉਹ ਸਿਰਫ ਇੱਕ ਡਾਇਰੈਕਸ਼ਨ ਦੇ ਵਿੱਚ ਹੁੰਦਾ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਮਿਊਨੀਕੇਸ਼ਨ ਯੂਨੀ ਡਾਇਰੈਕਸ਼ਨਲ ਹੁੰਦਾ। ਡਿਵਾਈਸ ਜਿਹੜਾ ਇਹ ਮੋਡ ਯੂਜ਼ ਕਰ ਰਿਹਾ ਹੁੰਦਾ ਉਹ ਜਾਂ ਤਾਂ ਡਾਟਾ ਸੈਂਡ ਕਰ ਸਕਦਾ ਜਾਂ ਫਿਰ ਰਿਸੀਵ ਕਰ ਸਕਦਾ, ਬਟ ਦੋਨੋਂ ਨਹੀਂ ਕਰ ਸਕਦਾ। ਸੋ ਇਸ ਕਰਕੇ ਇਸ ਨੂੰ ਕੀ ਕਿਹਾ ਜਾਂਦਾ? ਸਿੰਪਲੈਕਸ ਟਰਾਂਸਮਿਸ਼ਨ ਕਿਹਾ ਜਾਂਦਾ। ਜਿਵੇਂ ਇੱਥੇ ਤੁਸੀਂ ਦੇਖੋ ਡਾਇਰੈਕਸ਼ਨ ਆਫ ਡਾਟਾ ਇੱਧਰ ਹੈ, ਠੀਕ ਹੈ। ਅਗਰ ਇਹ ਸੈਂਡ ਕਰ ਰਿਹਾ ਤਾਂ ਸੈਂਡ ਹੀ ਕਰ ਸਕਦਾ, ਰਿਸੀਵ ਨਹੀਂ ਕਰ ਸਕਦਾ। ਸੋ ਇਸ ਤਰ੍ਹਾਂ ਦਾ ਜਿਹੜਾ ਟਰਾਂਸਮਿਸ਼ਨ ਹੈ ਉਸ ਨੂੰ ਸਿੰਪਲੈਕਸ ਟਰਾਂਸਮਿਸ਼ਨ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਕਿ ਕੰਪਿਊਟਰ ਅਤੇ ਕੀਬੋਰਡ ਦੇ ਵਿੱਚ ਦਾ ਜਿਹੜਾ ਟਰਾਂਸਮਿਸ਼ਨ ਹੈ ਉਹ ਇਹ ਵਾਲਾ ਟਰਾਂਸਮਿਸ਼ਨ ਹੈ। ਅਤੇ ਇਸ ਤੋਂ ਬਾਅਦ ਜਿਹੜਾ ਆਪਾਂ ਹਾਫ ਡਿਊਪਲੈਕਸ ਟਰਾਂਸਮਿਸ਼ਨ ਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ, ਅਗਰ ਇਸ ਤੋਂ ਕੁਐਸਚਨ ਪੁੱਛਿਆ ਜਾਂਦਾ। ਸੋ ਹਾਫ ਡਿਊਪਲੈਕਸ ਟਰਾਂਸਮਿਸ਼ਨ ਦੇ ਵਿੱਚ ਕੀ ਹੁੰਦਾ ਹੈ? ਇਸ ਦੇ ਵਿੱਚ ਜਿਹੜਾ ਡਾਟਾ ਹੈ ਉਹ ਜਿਹੜਾ ਟੇਕ ਪਲੇਸ ਕਰ ਸਕਦਾ ਬੋਥ ਡਾਇਰੈਕਸ਼ਨ ਤੋਂ, ਠੀਕ ਹੈ। ਦੋਨੋਂ ਡਾਇਰੈਕਸ਼ਨ ਤੋਂ ਜਿਹੜਾ ਹੈ ਡਾਟਾ ਕਮਿਊਨੀਕੇਸ਼ਨ ਜਿਹੜਾ ਹੈ ਟੇਕ ਪਲੇਸ ਹੋ ਸਕਦਾ, ਮਤਲਬ ਕਮਿਊਨੀਕੇਸ਼ਨ ਦੋਨੋਂ ਡਾਇਰੈਕਸ਼ਨ ਤੋਂ ਹੋ ਸਕਦਾ, ਬਟ ਐਟ ਅ ਟਾਈਮ ਸਿਰਫ ਇੱਕ ਡਾਇਰੈਕਸ਼ਨ 'ਚ ਹੋਏਗਾ, ਠੀਕ ਹੈ। ਐਟ ਅ ਟਾਈਮ ਸਿਰਫ ਇੱਕ ਡਾਇਰੈਕਸ਼ਨ 'ਚ ਹੋਏਗਾ। ਇੱਥੇ ਮੈਂ ਜਿਹੜੀ ਇਹਨਾਂ ਦੀ ਡੈਫੀਨੇਸ਼ਨ ਵੀ ਦਿੱਤੀ ਆ ਉਹ ਤੁਸੀਂ ਦੇਖ ਸਕਦੇ ਹੋ। ਇਨ ਹਾਫ ਡਿਊਪਲੈਕਸ ਮੋਡ ਈਚ ਸਟੇਸ਼ਨ ਕੈਨ ਬੋਥ ਟਰਾਂਸਮਿਟ ਐਂਡ ਰਿਸੀਵ ਬਟ ਨੋਟ ਐਟ ਦਾ ਸੇਮ ਟਾਈਮ। ਸੋ ਸੇਮ ਟਾਈਮ 'ਤੇ ਨਹੀਂ ਕਰ ਸਕਦਾ ਉਹ, ਬਟ ਟਰਾਂਸਮਿਟ ਐਂਡ ਰਿਸੀਵ ਕਰ ਸਕਦਾ। ਸੋ ਇਸ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡਾਇਰੈਕਸ਼ਨ ਆਫ ਡਾਟਾ ਐਟ ਅ ਟਾਈਮ। ਸੋ ਇਹ ਸੈਂਡ ਕਰ ਰਿਹਾ ਐਟ ਅ ਟਾਈਮ ਐਂਡ ਸੈਕਿੰਡ ਵਨ ਇਜ਼ ਰਿਸੀਵਿੰਗ ਐਟ ਅ ਟਾਈਮ, ਜਾਂ ਫਿਰ ਇੱਧਰਲੀ ਵਾਲੀ ਸੈਕਿੰਡ ਵਾਲੀ ਸਾਈਡ ਤੋਂ ਦੇਖੋ ਤਾਂ ਇਹ ਸੈਂਡ ਕਰ ਰਿਹਾ। ਸੋ ਇਹ ਹਾਫ ਡਿਊਪਲੈਕਸ ਦਾ ਜਿਹੜਾ ਡਾਇਗਰਾਮ ਹੈ। ਨੈਕਸਟ ਆਪਾਂ ਦੇਖ ਲੈਂਦੇ ਹਾਂ ਫੁੱਲ ਡਿਊਪਲੈਕਸ ਮੋਡ ਹੁੰਦਾ। ਫੁੱਲ ਡਿਊਪਲੈਕਸ ਮੋਡ ਦੇ ਵਿੱਚ ਕੀ ਹੁੰਦਾ? ਜਿਹੜਾ ਕਮਿਊਨੀਕੇਸ਼ਨ ਹੈ ਉਹ ਟੇਕ ਪਲੇਸ ਦੋਨੋਂ ਡਾਇਰੈਕਸ਼ਨ ਦੇ ਵਿੱਚ ਹੋ ਸਕਦਾ ਐਟ ਸੇਮ ਟਾਈਮ, ਠੀਕ ਹੈ।
सेम टाइम ते जिहड़ा अपना ट्रांसमिशन है या कम्युनिकेशन है वो दोनों डायरैक्शन च हो सकता है। सो इत्थे दिता होया डायरैक्शन ऑफ डाटा ऑल द टाइम, सेम टाइम ते आपां जिहड़ा है सेंड एंड रिसीव कर सकते हैं। सो ये जिहड़ा फुल डुप्लैक्स का डायग्राम है, सो बोथ स्टेशन कैन ट्रांसमिट एंड रिसीव सैमल्टेनियसली, ठीक है, इज़ द डायग्राम सी। सो ये सिंपलैक्स मोड के नाल तुसीं ये भी याद रख लेना, ये भी इंपॉर्टेंट पॉइंट्स ने। सो इस क्वेश्चन का आंसर जिहड़ा हो गया कम्युनिकेशन बिटवीन अ कंप्यूटर एंड अ कीबोर्ड इज़ अ सिंपलैक्स ट्रांसमिशन। सो ये किस काइंड का ट्रांसमिशन है, सिंपलैक्स यूनिडायरैक्शनल। सो बाकी मोड्स भी आपां इत्थे कवर कर लेने, अगर क्वेश्चन पूछे जाते हैं तो तुसीं ईजिली आंसर कर पाओगे। सो नैक्सट देख लैंने आ। नैक्सट क्वेश्चन अपने को है ब्लूटूथ इज़ एन एग्जाम्पल ऑफ, ब्लूटूथ इज़ एन एग्जाम्पल ऑफ। सो ऑप्शन अपने को ने पर्सनल एरिया नेटवर्क, लोकल एरिया नेटवर्क, वर्चुअल प्राइवेट नेटवर्क और नन ऑफ दी मैंशनड। सो इसका जो राइट आंसर है वो है पर्सनल एरिया नेटवर्क, पर्सनल एरिया नेटवर्क। सो ब्लूटूथ है जो एक पर्सनल एरिया नेटवर्क की एग्जाम्पल है। सो ये बेसिकली हुंदा की है, पर्सनल एरिया जो नैटवर्क होंदा ये जो कंप्यूटर डिवाइसिस होंदे ने पर्सनल यूज़ के उन्होंने कनैक्ट करने के लिए यूज़ किया जाता है। तो जिमें तुसीं इत्थे देख सकते हो कि आपां इस दे थ्रू जो पर्सनल एरिया नैटवर्क के थ्रू आपां जिहड़े अपने मोबाइल फोन्स ने, लैपटॉप्स ने, जिमें इत्थे शो किया गया मोबाइल लैपटॉप, ठीक है, या फिर माउस हो गया, ठीक है, ये जोड़े डिवाइसिस ने ये सारे जोड़े अपने पर्सनल यूज़ के डिवाइसिस ये जोड़ा है इन्हों का यूज़ करके आप जोड़ा पर्सनल एरिया नैटवर्क डेवलप कर सकते हैं। सो ये जोड़ा नैटवर्क है ये विद इन एन इंडिविजुअल परसन जोड़ा है अरेंज किया जाता है, जोड़ा लोक इसकी रेंज होंगी है जनरली होंगी है 10 मीटर्स, 10 मीटर्स की रेंज के जोड़ा है डेवलप किया जाता है पर्सनल एरिया नैटवर्क। सो ये जी टर्म सी पर्सनल एरिया नैटवर्क की ये सब तो पहला दी सी थॉमस जिमरमैन ने, ये फस्ट साइंटिस्ट सी जोड़ा पैन का आइडिया देने वाली। सो ये टर्म नहीं है, मतलब ये जोड़ा आइडिया है ये जोड़ा थॉमस जिमरमैन ने दिता सी, ये फस्ट साइंटिस्ट सी पर्सनल एरिया नैटवर्क का आइडिया देने वाले। सो ये जोड़ा सी पर्सनल एरिया नैटवर्क के बारे ये भी क्वेश्चन इंपॉर्टेंट है तो पूछ भी लिया जाता एग्जाम्स के। सो ये ध्यान दे विच रखना है तुसीं। नैक्सट कवर कर लें क्वेश्चन। नैक्सट अपने को है वट इज़ फायरवॉल इन कंप्यूटर नैटवर्क, वट इज़ फायरवॉल इन कंप्यूटर नैटवर्क। सो फायरवॉल जोड़ा है ये की है इसके ऑप्शन के थ्रू आप देखना है। सो ऑप्शन अपने को ने वेब ब्राउजिंग सॉफ्टवेयर, वेब ब्राउजिंग सॉफ्टवेयर, फिजिकल बाउंड्री ऑफ द नैटवर्क, सिस्टम सॉफ्टवेयर टू प्रिवेंट अनऑथोराइज्ड एक्सैस और ऑपरेटिंग सिस्टम। सो इस राइट ऑप्शन है सी, सिस्टम सॉफ्टवेयर टू प्रिवेंट अनऑथोराइज्ड एक्सैस। सो ये जोड़ा इसका राइट आंसर है इस क्वेश्चन का। सो इसकी आप थोड़ी जी होर जी है डिस्कस कर लें कि हुंदा की है। सो एक बेसिकली जो फायरवॉल है एक नैटवर्क सिक्योरिटी डिवाइस होंदा है जोड़ा कि मॉनीटर या फिर फिल्टर करता है जी नैटवर्क ट्रैफिक आ रही होंगी है या फिर जा रही होंगी है, इनकमिंग एंड आउटगोइंग नैटवर्क ट्रैफिक जी है उसमें ये मॉनीटर तो फिल्टर करता है। फिल्टर किस बेस पर करता है, जी ऑर्गेनाइजेशन की एस्टैबलिश्ड सिक्योरिटी पॉलिसीज़ के बेसिस पे फिल्टर करता है जी नैटवर्क ट्रैफिक आउटगोइंग या फिर इनकमिंग। ओके, सो ये फायरवॉल के रिलेटिड है, याद रखना तुसीं। क्वेश्चन भी इंपॉर्टेंट है। इत्थे तुसीं डायग्राम के थ्रू भी देख सकते हो कि एक फायरवॉल है, ठीक है, ये फायरवॉल लगा होया तो इस साइड जोड़ा है ये लैन नैटवर्क है, ठीक है। लैन बेसिकली तुसीं पता ही होएगा तुहानूं कि एक प्राइवेट नैटवर्क जोड़ा हुंदा है जोड़ा कोई कंपनी या फिर जिवें आपां अपनी लैबोरेटरी होगी या फिर एक कॉलेज दे विच जोड़ा यूज़ किया जाता नैटवर्क, सो लैन यूज़ किया जाता। सो एक पर्सनल नैटवर्क हो गया, बेसिकली तुसीं इसनूं कह सकते हो प्राइवेट नैटवर्क हो गया लैन। तो ये जोड़ा है वैन है, इंटरनैट है ये। सो ये जोड़ा फायरवॉल इत्थे की करेगा, इंटरनैट तो पर्सनल नैटवर्क दे विच जिहड़ी अनऑथोराइज्ड एक्सैस है उसनूं जिहड़ा बेसिकली रोकण दे लई ये लगाया गया, फिल्टर करन दे लई। आई होप तुहानूं इस तो ईजिली याद रहेगा। सो आपां इत्थे देख सकते हैं मोस्ट बेसिकली मतलब एट द मोस्ट बेसिक फायरवॉल की हुंदा एक बैरीयर हुंदा है, ठीक है। बैरीयर है जोड़ा कि किस दे विचकार हुंदा है, प्राइवेट इंटरनल नैटवर्क दे विच ते पब्लिक इंटरनैट दे विच। जिवें कि मैं उपर तुहानूं डायग्राम दे विच दिखाया इत्थे लैन दे विच ते जोड़ा है अपने इंटरनैट दे विच वैन दे विच जोड़ा है फायरवॉल है जोड़ा एक बैरीयर का काम कर रहा है। सो नैक्सट क्वेश्चन देख लैंने आ। नैक्सट क्वेश्चन अपने कोल टू डिवाइसिस आर इन अ नेटवर्क इफ PIDs of the processes running of different devices are same. A process in one device is able to exchange information with a process in another device. A process is running on both devices, none of the mentioned. So is the right answer की है
B. A process in one device is able to exchange information with a process in another device। ਤਾਂ ਦੋ ਡਿਵਾਈਸਿਸ ਨੂੰ ਉਦੋਂ ਨੈਟਵਰਕ ਦੇ ਵਿੱਚ ਕਿਹਾ ਜਾਏਗਾ ਜਦੋਂ ਪ੍ਰੋਸੈਸ ਇੱਕ ਡਿਵਾਈਸ ਦੀ ਏਬਲ ਟੂ ਐਕਸਚੇਂਜ ਇਨਫੋਰਮੇਸ਼ਨ ਵਿਦ ਅ ਪ੍ਰੋਸੈਸ ਇਨ ਅਨਦਰ ਡਿਵਾਈਸ, ਮਤਲਬ ਕਿ ਉਹ ਇਨਫੋਰਮੇਸ਼ਨ ਐਕਸਚੇਂਜ ਕਰਨ ਦੇ ਏਬਲ ਹੋਣਗੇ ਜਦੋਂ, ਤਾਂ ਦੋ ਡਿਵਾਈਸਿਸ ਜਿਹੜੇ ਆ ਉਹ ਨੈਟਵਰਕ ਦੇ ਵਿੱਚ ਹੋਣਗੇ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ? ਬੀ ਹੈ। ਨੈਕਸਟ ਕੁਐਸਚਨ ਦੇਖਦੇ ਹਾਂ। Which one of the following extends a private network across public networks? ਸੋ ਇਹਨਾਂ ਦੇ ਵਿੱਚੋਂ ਦੱਸਣਾ ਆਪਾਂ। ਸੋ ਆਪਣੇ ਕੋਲ ਆਪਸ਼ਨ ਨੇ ਲੋਕਲ ਏਰੀਆ ਨੈਟਵਰਕ, ਐਂਟਰਪ੍ਰਾਈਜ਼ ਪ੍ਰਾਈਵੇਟ ਨੈਟਵਰਕ, ਸਟੋਰੇਜ ਏਰੀਆ ਨੈਟਵਰਕ ਜਾਂ ਫਿਰ ਵਰਚੁਅਲ ਪ੍ਰਾਈਵੇਟ ਨੈਟਵਰਕ। ਸੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਵਰਚੁਅਲ ਪ੍ਰਾਈਵੇਟ ਨੈਟਵਰਕ। ਵਰਚੁਅਲ ਪ੍ਰਾਈਵੇਟ ਨੈਟਵਰਕ ਕੀ ਕਰਦਾ ਹੈ? ਐਕਸਟੈਂਡ ਕਰਦਾ ਹੈ ਪ੍ਰਾਈਵੇਟ ਨੈਟਵਰਕ ਅਕਰੋਸ ਪਬਲਿਕ ਨੈਟਵਰਕਸ। ਸੋ ਇਸ ਦਾ ਜਿਹੜਾ ਆਪਾਂ ਥੋੜ੍ਹੀ ਜਿਹੀ ਡੈਫੀਨੇਸ਼ਨ ਵੀ ਦੇਖਦੇ ਹਾਂ, ਉਸ ਤੋਂ ਬਾਅਦ ਡਾਇਗਰਾਮ ਦੇਖਾਂਗੇ। ਸੋ ਵਰਚੁਅਲ ਪ੍ਰਾਈਵੇਟ ਨੈਟਵਰਕ ਆਪਾਂ ਆਲਰੇਡੀ ਦੇਖ ਲਿਆ ਕਿ ਇਹ ਜਿਹੜਾ ਇੱਕ ਪ੍ਰਾਈਵੇਟ ਨੈਟਵਰਕ ਨੂੰ ਐਕਸਟੈਂਡ ਕਰਦਾ ਹੈ ਅਕਰੋਸ ਪਬਲਿਕ ਨੈਟਵਰਕ। ਸੋ ਇਹ ਬੇਸਿਕਲੀ ਕਿਸ ਪਰਪਸ ਲਈ ਹੁੰਦਾ ਹੈ? ਇਹ ਆਪਾਂ ਨੂੰ ਪ੍ਰਾਈਵੇਸੀ ਅਤੇ ਅਨੋਨਿਮਿਟੀ ਦਿੰਦਾ ਹੈ ਬਾਈ ਕ੍ਰੀਏਟਿੰਗ ਏ ਪ੍ਰਾਈਵੇਟ ਨੈਟਵਰਕ ਫਰੋਮ ਅ ਪਬਲਿਕ ਇੰਟਰਨੈਟ ਕਨੈਕਸ਼ਨ। ਸੋ ਇਹ ਬੇਸਿਕਲੀ ਹੋਰ ਕੀ ਇਸ ਦਾ ਕੰਮ ਹੈ? ਇਸਨੇ ਕੀ ਕੀਤਾ? ਇੰਟਰਨੈਟ ਪ੍ਰੋਟੋਕੋਲ ਜਿਹੜਾ ਐਡਰੈਸ ਹੈ ਇਸ ਨੂੰ ਮਾਸਕ ਕਰ ਲੈਂਦਾ ਹੈ, ਠੀਕ ਹੈ, ਤਾਂ ਕਿ ਜਿਹੜੇ ਆਪਣੇ ਔਨਲਾਈਨ ਐਕਸ਼ਨਸ ਨੇ ਉਹ ਅਨਟਰੇਸੇਬਲ ਰਹਿਣ। ਔਨਲਾਈਨ ਐਕਸ਼ਨ ਜਿਹੜੇ ਆ ਅਨਟਰੇਸੇਬਲ ਹੋਣ। ਸੋ VPN ਜਿਹੜੇ ਨੇ, VPN ਸਰਵਿਸ ਇੱਕ ਸਿਕਿਉਰ ਅਤੇ ਅਨਕ੍ਰਿਪਟਿਡ ਜਿਹੜਾ ਹੈ ਕਨੈਕਸ਼ਨ ਪ੍ਰੋਵਾਈਡ ਕਰਦੇ ਨੇ। ਕਿਸ ਵਾਸਤੇ? ਪ੍ਰਾਈਵੇਸੀ, ਬੇਸਿਕਲੀ ਟੂ ਪ੍ਰੋਵਾਈਡ ਗ੍ਰੇਟਰ ਪ੍ਰਾਈਵੇਸੀ। ਸੋ ਇਹ ਜਿਹੜੀ VPN ਦੇ ਬਾਰੇ ਥੋੜ੍ਹੇ ਜਿਹੇ ਪੁਆਇੰਟਸ ਨੇ, ਇਹ ਤੁਸੀਂ ਯਾਦ ਰੱਖ ਸਕਦੇ ਹੋ। ਜੇ ਐਗਜ਼ਾਮਸ ਪੁੱਛੇ ਜਾਣ ਤਾਂ ਤੁਸੀਂ ਈਜ਼ੀਲੀ ਜਿਹੜਾ ਹੈ ਆਨਸਰ ਦੇ ਸਕਦੇ ਹੋ। ਸੋ ਇਸ ਦਾ ਹੁਣ ਡਾਇਗਰਾਮ ਦੇਖ ਲੈਂਦੇ ਹਾਂ। ਸੋ ਇੱਥੇ ਦੇਖੋ ਇੱਕ ਪਬਲਿਕ ਜਿਹੜਾ ਨੈਟਵਰਕ ਹੈ, ਇਹ ਪਬਲਿਕ ਨੈਟਵਰਕ ਹੈ ਅਤੇ ਇਹ ਦੋ ਕਲਾਇੰਟਸ ਨੇ, ਠੀਕ ਹੈ। ਇਹ ਸਰਵਰ ਹੋ ਗਿਆ, ਸੋਰੀ ਇਹ ਕਲਾਇੰਟ ਹੈ ਅਤੇ ਇਹ ਸਰਵਰ ਹੈ। ਤਾਂ ਇਹਨਾਂ ਦੇ ਵਿੱਚ VPN ਜਿਹੜਾ ਇਹ VPN ਚੈਨਲ ਹੈ, VPN ਚੈਨਲ ਨੇ ਕੀ ਕੀਤਾ? ਜਿਹੜਾ ਇਹਨਾਂ ਦੇ ਜਿਹੜੇ ਐਡਰੈਸਿਸ ਨੇ ਜਾਂ ਫਿਰ ਜਿਹੜੇ ਇਹਨਾਂ ਦੇ ਔਨਲਾਈਨ ਐਕਸ਼ਨ ਨੇ ਉਹਨਾਂ ਨੂੰ ਕੀ ਕਰਤਾ? ਅਨਟਰੇਸੇਬਲ ਕਰਤਾ, ਠੀਕ ਹੈ। ਪ੍ਰਾਈਵੇਸੀ ਦੇਤੀ, ਬੇਸਿਕਲੀ ਐਕਸ਼ਨਸ ਨੂੰ ਅਨਟਰੇਸੇਬਲ ਕਰਕੇ ਪ੍ਰਾਈਵੇਸੀ ਦੇਤੀ। ਸੋ ਉਮੀਦ ਕਰਦੇ ਹਾਂ ਇਸ ਤੋਂ ਤੁਹਾਨੂੰ ਈਜ਼ੀਲੀ ਯਾਦ ਰਹੇਗਾ। ਸੋ ਇਸ ਕੁਐਸਚਨ ਦਾ ਆਨਸਰ ਜਿਹੜਾ ਹੋ ਗਿਆ ਵਰਚੁਅਲ ਪ੍ਰਾਈਵੇਟ ਨੈਟਵਰਕ ਹੋ ਗਿਆ, ਜਿਹੜੇ ਕਿ ਐਕਸਟੈਂਡ ਕਰਦਾ ਹੈ ਪ੍ਰਾਈਵੇਟ ਨੈਟਵਰਕ ਅਕਰੋਸ ਪਬਲਿਕ ਨੈਟਵਰਕ, ਠੀਕ ਹੈ। VPN ਇਹ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਸੋ ਨੈਕਸਟ ਦੇਖ ਲੈਂਦੇ ਹਾਂ। ਨੈਕਸਟ ਕੁਐਸਚਨ ਆਪਣੇ ਕੋਲ, ਦੀ ਡੈਸ਼ ਇਜ਼ ਦਾ ਫਿਜ਼ੀਕਲ ਪਾਥ ਓਵਰ ਵਿਚ ਅ ਮੈਸੇਜ ਟਰੈਵਲਸ। ਦੀ ਡੈਸ਼ ਇਜ਼ ਦਾ ਫਿਜ਼ੀਕਲ ਪਾਥ ਓਵਰ ਵਿਚ ਅ ਮੈਸੇਜ ਟਰੈਵਲਸ। ਸੋ ਪਾਥ, रूट, मीडियम और प्रोटोकॉल की है इज द राइट आंसर? इज द राइट आंसर है मीडियम। मीडियम इज द फिजिकल पाथ ओवर विच अ मैसेज ट्रैवल। मीडियम जोड़ा है इस क्वेश्चन का राइट आंसर है। सी जोड़ा है इसका राइट आंसर है। सो ये मैं तुहानू इस दे बारे थोड़ा जिहा दसदी हाँ कि मैसेज जोड़ा है ट्रैवल करता फ्रॉम सेंडर टू रिसीवर वाया फिजिकल पाथ, जिसनों की कहा जाता है? मीडियम कहा जाता है। तो वो किस दे थ्रू ट्रैवल करता? यूजिंग अ सैट ऑफ मैथड्स और रूल्स, जिसका आप पहले जिक्र किया सी कि कुछ रूल्स के अकॉर्डिंग जो मैसेज ट्रैवल करता तो उन्होंने रूल्स नूं की कहते हैं? प्रोटोकॉल कहते हैं। तो मीडियम जोड़ा है वो गाइडिड भी हो सकता है तो अनगाइडिड भी हो सकता है। गाइडिड मीनस फायर्ड और अनगाइडिड मीनस वायरलैस, ठीक है। ये जोड़ा है मीडियम के रिगार्डिंग सी थोड़ा जे पॉइंट्स। सो इस दे विच जोड़ा है आपां बाद च डिटेल वीडियो दे विच भी इसके क्वेश्चन होर कवर करांगे जदों अगे कंप्यूटर नैटवर्क के जोड़े टॉपिक्स ने वो कवर करांगे। सो गाइडिड मीडिया जोड़े हैं वो अगे भी कई टाइप के होंगे ने, इस तरह ही अनगाइडिड के टाइप्स होंगे ने। सो गाइडिड के विच आ जाते हैं ट्विस्टिड पेयर केबल जी कि इत्थे शो की गई है, ये उसकी एक टाइप शो की गई है शिल्डर ट्विस्टिड पेयर केबल। कोएक्सियल केबल जी है ये भी गाइडिड मीडिया की एग्जाम्पल है। फाइबर ऑप्टिक केबल भी गाइडिड मीडिया की एग्जाम्पल है। तो अनगाइडिड मीडिया के विच किहड़े आ जाते, इत्थे मैं डायग्राम्स इस करके लए ने ताकि तुहानूं ईजीली जिहड़ा है समझ आ जाए। सो इस दे विच जिहड़े अनगाइडिड मीडिया ने वो की ने? रेडियो वेव, माइक्रोवेव और इंफ्रारेड वेव्स जिहड़ियां ने वो अनगाइडिड मीडिया की एग्जाम्पल्स ने। आई होप तुहानूं ये क्वेश्चन समझ दे विच आया होएगा। सो नैक्सट क्वेश्चन देख लैंदे आ। A list of protocol used by a system, one protocol per layer is called। सो इसका जोड़ा इंपॉर्टेंट इसका जोड़ा आंसर है वह है प्रोटोकॉल स्टैक। सो लिस्ट ऑफ प्रोटोकॉल जी कि एक सिस्टम यूज़ करता है वन प्रोटोकॉल पर लेयर, उसनों की कहते हैं? प्रोटोकॉल स्टैक कहते हैं। सो इसका राइट आंसर की है? ऑप्शन ए इज़ द राइट आंसर ऑफ दिस क्वेश्चन। सो नैक्सट क्वेश्चन देखते हैं। 3 or more devices share a link in dash connection। 3 or more devices share a link in dash connection। सो ऑप्शन ने अपने को सिंपलैक्स, मल्टी पॉइंट, यूनी पॉइंट या फिर पॉइंट टू पॉइंट। सो इस क्वेश्चन का जो राइट आंसर है वह है बी ऑप्शन, मल्टी पॉइंट के जोड़े हैं 3 और मोर डिवाइसिस शेयर करते हैं लिंक, ठीक है। सो इसका मैं तुम्हें एग्जाम्पल के थ्रू समझाने उस तो पहला थोड़े जे पॉइंट इस रिगार्डिंग मल्टी पॉइंट के रिगार्डिंग जान लैंने। सो मल्टी पॉइंट नूं होर की किया जाता? मल्टी ड्रॉप कॉन्फिगरेशन भी कहते हैं इसनों,
ਮਲਟੀ ਡ੍ਰੌਪ ਕਨਫੀਗਰੇਸ਼ਨ। ਸੋ ਇਸ ਤਰ੍ਹਾਂ ਦੇ ਕਨੈਕਸ਼ਨ ਦੇ ਵਿੱਚ ਕੀ ਹੁੰਦਾ, 2 ਔਰ ਮੋਰ ਡਿਵਾਈਸਿਸ, 2 ਜਾਂ ਫਿਰ 2 ਤੋਂ ਜ਼ਿਆਦਾ ਡਿਵਾਈਸਿਸ ਇੱਕ ਸਿੰਗਲ ਲਿੰਕ ਸ਼ੇਅਰ ਕਰਦੇ ਹੈ। ਅਤੇ ਇਹੀ ਲਿਖਿਆ ਗਿਆ ਇੱਥੇ, ਮੋਰ ਦੈਨ 2 ਡਿਵਾਈਸਿਸ ਸ਼ੇਅਰ ਦੀ ਲਿੰਕ। ਔਰ ਇਸ ਕਨੈਕਸ਼ਨ ਜਿਹੜਾ ਇਸ ਕਾਇੰਡ ਦਾ ਕਨੈਕਸ਼ਨ ਹੈ ਉਸਨੂੰ ਯੂਜ਼ ਕੀਤਾ ਜਾਂਦਾ ਬਸ ਟੋਪੋਲੋਜੀ ਦੇ ਵਿੱਚ। ਬਸ ਟੋਪੋਲੋਜੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਜਿਹੜੇ ਨੋਡਸ ਹੁੰਦੇ ਨੇ ਜਾਂ ਫਿਰ ਸਾਰੇ ਕੰਪਿਊਟਰਸ ਹੁੰਦੇ ਨੇ ਇੱਕ ਸਿੰਗਲ ਚੈਨਲ ਜਿਹੜਾ ਹੈ ਉਹ ਸ਼ੇਅਰ ਕਰਦੇ ਹੈ, ਜਿਹੜਾ ਕਿ ਬੈਕਬੋਨ ਹੁੰਦਾ ਹੈ ਕਨੈਕਸ਼ਨ ਦੀ, ਠੀਕ ਹੈ। ਸੋ ਇਹ ਜਿਹੜਾ ਆਪਣਾ ਕੀ ਕਹਿੰਦੇ ਇਸ ਨੂੰ ਸਿੰਗਲ ਟਰਾਂਸਮਿਸ਼ਨ ਜਿਹੜਾ ਇਹ ਹੈ, ਇਹ ਜਿਹੜਾ ਲਿੰਕ ਹੈ ਇਸਨੂੰ ਬੈਕਬੋਨ ਕਿਹਾ ਜਾਂਦਾ ਹੈ ਕਨੈਕਸ਼ਨ ਦੀ, ਠੀਕ ਹੈ। ਸੋ ਇਹ ਜਿਹੜਾ ਆਲ ਡਿਵਾਈਸਿਸ ਨੂੰ, ਜਿਵੇਂ ਇੱਥੇ ਡਿਵਾਈਸ ਹੈ ਇੱਥੇ ਡਿਵਾਈਸ ਹੈ, ਸਾਰੇ ਦੇ ਸਾਰੇ ਡਿਵਾਈਸਿਸ ਨੂੰ ਆਪਸ ਦੇ ਵਿੱਚ ਜਿਹੜਾ ਹੈ ਇਹ ਲਿੰਕ ਕਰਦਾ ਹੈ, ਠੀਕ ਹੈ। ਆਈ ਹੋਪ ਤੁਹਾਨੂੰ ਬਸ ਟੋਪੋਲੋਜੀ ਦੇ ਰਿਗਾਰਡਿੰਗ ਪਤਾ ਹੋਏਗਾ। ਅਤੇ ਇਸ ਦੀ ਹੋਰ ਐਗਜ਼ਾਮਪਲਸ ਕੀ ਨੇ, ਫਰੇਮ, ਰਿਲੇ, ਈਥਰਨੈਟ ਐਂਡ ATM, ਇਹ ਇਸ ਦੇ ਐਗਜ਼ਾਮਪਲ ਨੇ, ਠੀਕ ਹੈ। ਤਾਂ ਹੁਣ ਆਪਾਂ ਮਲਟੀ ਡ੍ਰੌਪ ਦਾ ਜਿਹੜਾ ਡਾਇਗਰਾਮ ਹੈ ਜਾਂ ਫਿਰ ਮਲਟੀ ਪੁਆਇੰਟ ਦਾ ਜਿਹੜਾ ਡਾਇਗਰਾਮ ਹੈ ਉਹ ਦੇਖ ਲੈਣਾ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਹੀ ਬਸ ਟੋਪੋਲੋਜੀ ਦੇ ਵਿੱਚ ਵੀ ਹੁੰਦਾ, ਇੱਕ ਸਿੰਗਲ ਜਿਹੜਾ ਹੈ ਚੈਨਲ ਉਹ ਸ਼ੇਅਰ ਕੀਤਾ ਜਾਂਦਾ ਸਾਰੇ ਦੇ ਸਾਰੇ ਡਿਵਾਈਸਿਸ ਵੱਲੋਂ। ਸੋ ਇਹੀ ਮਲਟੀ ਪੁਆਇੰਟ ਜਿਹੜੀ ਕਨੈਕਸ਼ਨ ਹੈ ਜਿਸ ਦੇ ਵਿੱਚ ਕੀ ਹੁੰਦਾ, ਇੱਕ ਸਿੰਗਲ ਚੈਨਲ ਦੀ ਸ਼ੇਅਰਡ ਬਾਈ 올 ਦੀ ਨੋਡਸ ਜਾਂ ਫਿਰ ਕੰਪਿਊਟਰਸ, ਠੀਕ ਹੈ। ਇਸ ਨੂੰ ਕੀ ਕਿਹਾ ਜਾਂਦਾ, ਮਲਟੀ ਪੁਆਇੰਟ ਕਨੈਕਸ਼ਨ। ਉਮੀਦ ਕਰਦੀ ਹਾਂ ਤੁਹਾਨੂੰ ਈਜ਼ੀਲੀ ਸਮਝ ਆਇਆ ਹੋਏਗਾ। ਸੋ ਨੈਕਸਟ ਕੁਐਸਚਨ ਦੇਖ ਲੈਂਦੇ ਹਾਂ। ਸੋ ਵਿਚ ਆਫ ਦਾ ਫੋਲੋਇੰਗ ਕੰਪਿਊਟਰ ਨੈਟਵਰਕ ਇਜ਼ ਬਿਲਟ ਔਨ ਟੋਪ ਆਫ ਅਨਦਰ ਨੈਟਵਰਕ। ਕਿਹੜਾ ਜਿਹੜਾ ਨੈਟਵਰਕ ਹੈ ਉਹ ਬਿਲਡ ਕੀਤਾ ਜਾਂਦਾ ਔਨ ਦਾ ਟੋਪ ਆਫ ਅਨਦਰ ਨੈਟਵਰਕ। ਸੋ ਆਪਣੇ ਕੋਲ ਆਪਸ਼ਨ ਨੇ ਓਵਰਲੇ ਨੈਟਵਰਕ, ਪ੍ਰਾਈਮ ਨੈਟਵਰਕ, ਚੀਫ ਨੈਟਵਰਕ, ਪ੍ਰਾਇਰ ਨੈਟਵਰਕ। ਸੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਏ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ, ਓਵਰਲੇ ਨੈਟਵਰਕ। ਸੋ ਓਵਰਲੇ ਨੈਟਵਰਕ ਦੇ ਬਾਰੇ ਪਹਿਲੇ ਥੋੜ੍ਹਾ ਜਿਹਾ ਜਾਣਦੇ ਹਾਂ, ਫਿਰ ਡਾਇਗਰਾਮ ਦੇ ਥਰੂ ਸਮਝਾਂਗੇ। ਸੋ ਓਵਰਲੇ ਨੈਟਵਰਕ ਹੁੰਦਾ ਕੀ ਹੈ, ਇਸ ਨੂੰ ਆਪਾਂ ਜਿਹੜਾ ਇਹ ਓਵਰਲੇ ਨੈਟਵਰਕ ਕੈਨ ਬੀ ਥੋਟ ਆਫ ਐਸ ਅ ਕੰਪਿਊਟਰ ਨੈਟਵਰਕ। ਸੋ ਇਹ ਇਸ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਕਿ ਕਿਸੇ ਦੂਜੇ ਸਿਸਟਮ ਦੇ ਟੌਪ 'ਤੇ ਹੁੰਦਾ, ਠੀਕ ਹੈ, ਔਨ ਟੌਪ, ਜਿਹੜਾ ਕਿ ਦੂਜੇ ਸਿਸਟਮ ਦੇ ਤੋਂ ਬਣਾਇਆ ਗਿਆ ਹੁੰਦਾ, ਲਾਈਕ ਔਨ ਦਾ ਟੋਪ ਆਫ ਅਨਦਰ ਨੈਟਵਰਕ। ਇਸ ਦੇ ਵਿੱਚ ਕੀ ਹੁੰਦਾ, ਜਿਹੜੇ ਸਾਰੇ ਨੋਡਸ ਹੁੰਦੇ ਨੇ, ਠੀਕ ਹੈ, all nodes in overlay network are connected with another by means of logical or virtual links। ਇਹ ਮੈਂ ਤੁਹਾਨੂੰ ਡਾਇਗਰਾਮ ਦੇ ਥਰੂ ਸਮਝਾਉਂਦੀ ਹਾਂ, ਉਸ ਦੇ ਥਰੂ ਤੁਹਾਨੂੰ ਈਜ਼ੀਲੀ ਸਮਝ ਆਏਗਾ। ਜਿਵੇਂ ਦੇਖੋ ਇੱਥੇ ਆਪਣੇ ਕੋਲ ਇਹ ਨੈਟਵਰਕ ਹੈ, ਠੀਕ ਹੈ, ਅਤੇ ਇਹ ਆਪਣੇ ਕੋਲ ਓਵਰਲੇ ਨੈਟਵਰਕ ਹੈ। ਇਸ ਨੈਟਵਰਕ ਦੇ ਵਿੱਚ ਜਿੰਨੇ ਵੀ ਨੋਡਸ ਹੋਣਗੇ ਇਹਨਾਂ ਦੇ ਇੱਕ ਵਰਚੁਅਲ ਕਨੈਕਸ਼ਨ ਹੋਏਗਾ ਓਵਰਲੇ ਨੈਟਵਰਕ ਦੇ ਵਿੱਚ ਦੂਜੇ ਨੋਡਸ ਨਾਲ, ਠੀਕ ਹੈ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਵਰਚੁਅਲ ਜਿਹੜਾ ਕਨੈਕਸ਼ਨ ਸ਼ੋ ਕੀਤਾ ਗਿਆ। ਇਸ ਜਿਹੜਾ ਇਹ ਦੇਖੋ ਇਹ ਨੋਡ ਹੈ, ਇਸ ਦਾ ਕਨੈਕਸ਼ਨ ਹੈ, ਇਹ ਨੋਡ ਹੈ, ਇਸ ਦਾ ਆਪਣਾ ਕਨੈਕਸ਼ਨ ਹੈ। ਸੋ ਸਾਰੇ ਨੋਡਸ ਦਾ ਇੱਕ ਵਰਚੁਅਲ ਲਿੰਕ ਹੋਏਗਾ ਜਿਹੜਾ ਕਿ ਓਵਰਲੇ ਨੈਟਵਰਕ ਦੇ ਵਿੱਚ ਹੋਏਗਾ। ਸੋ ਇਹ ਬੇਸਿਕਲੀ ਓਵਰਲੇ ਨੈਟਵਰਕ ਕਿਸ ਦੇ ਟੌਪ 'ਤੇ ਬਣਿਆ, ਇਸ ਨੈਟਵਰਕ ਦੇ ਟੌਪ 'ਤੇ ਜਿਹੜਾ ਹੈ ਇੱਕ ਦੂਜਾ ਨੈਟਵਰਕ ਬਣਾਇਆ ਗਿਆ ਜਿਸ ਨੂੰ ਕੀ ਕਹਿੰਦੇ ਨੇ, ਓਵਰਲੇ ਨੈਟਵਰਕ। ਅਤੇ ਇਸ ਦੇ ਵਿੱਚ ਸਾਰੇ ਨੋਡਸ ਦੇ ਵਰਚੁਅਲ ਲਿੰਕ ਹੁੰਦੇ ਆ ਜਿਹੜੇ ਕਿ ਓਵਰਲੇ ਨੈਟਵਰਕ ਦੇ ਵਿੱਚ ਦੂਜੇ ਮਤਲਬ ਇਸ ਦੇ ਕੋਰਸਪੋਂਡਿੰਗ ਜਿਹੜਾ ਨੋਡ ਹੈ ਉਸ ਨੂੰ ਪੁਆਇੰਟ ਕਰਦੇ ਨੇ। ਸੋ ਇਹੀ ਜਿਹੜਾ ਹੈ ਇੱਥੇ ਦੱਸਿਆ ਗਿਆ ਕਿ ਜਿਹੜੇ ਓਵਰਲੇ ਨੈਟਵਰਕ ਦੇ ਵਿੱਚ ਨੋਡਸ ਹੁੰਦੇ ਨੇ ਉਹ ਕਨੈਕਟਡ ਹੁੰਦੇ ਨੇ ਅਨਦਰ with another by means of logical or virtual link, and each of these links corresponds to a path in the underlying network। ਸੋ ਇਹੀ ਦੱਸਿਆ ਗਿਆ ਕਿ ਜਿਹੜੇ ਇਹਨਾਂ ਦੇ ਜਿਹੜੇ ਲਿੰਕਸ ਨੇ ਇਸ ਨੈਟਵਰਕ ਦੇ ਵਿੱਚ ਨੇ ਜਾਂ ਫਿਰ ਇਹਨਾਂ ਦੇ ਜਿਹੜੇ ਲਿੰਕ ਨੇ ਇਸ ਨੈਟਵਰਕ ਦੇ ਵਿੱਚ ਨੇ, ਇਹੀ ਇਸ ਦੇ ਵਿੱਚ ਦੱਸਿਆ ਗਿਆ। ਅਤੇ ਇਹੀ ਡਾਇਗਰਾਮ ਦੇ ਥਰੂ ਸਮਝਾਇਆ ਗਿਆ ਕਿ ਜਿਹੜੇ ਆਪਸ ਦੇ ਵਿੱਚ ਜਿਹੜੇ ਇਹਨਾਂ ਦੇ ਲਿੰਕਸ ਹੁੰਦੇ ਨੇ। ਸੋ ਵਰਚੁਅਲ ਪ੍ਰਾਈਵੇਟ ਨੈਟਵਰਕ ਅਤੇ ਪੀਅਰ ਟੂ ਪੀਅਰ ਨੈਟਵਰਕ ਜਿਹੜੇ ਹੈ ਓਵਰਲੇ ਨੈਟਵਰਕ ਦੀ ਐਗਜ਼ਾਮਪਲਸ ਨੇ। ਉਮੀਦ ਕਰਦੀ ਹਾਂ ਤੁਹਾਨੂੰ ਜਿਹੜਾ ਡਾਇਗਰਾਮ ਦੇ ਥਰੂ ਈਜ਼ੀਲੀ ਸਮਝ ਆਇਆ ਹੋਏਗਾ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਵੀ ਦੱਸਿਆ ਗਿਆ ਕਿ ਇਹ ਆਪਸ ਦੇ ਵਿੱਚ ਵੀ ਜਿਹੜੇ ਹੈ ਕਨੈਕਟਡ ਹੁੰਦੇ ਨੇ ਅਤੇ ਇਹਨਾਂ ਦਾ ਆਪਸ ਦੇ ਵਿੱਚ ਵੀ ਕੋਰਸਪੋਂਡੈਂਸ ਹੈ। ਸੋ ਅੱਗੇ ਦੇਖਦੇ ਹਾਂ, ਨੈਟਵਰਕ ਕੰਜੈਸ਼ਨ ਅਕਰਸ। ਸੋ ਨੈਟਵਰਕ ਕੰਜੈਸ਼ਨ ਕਦੋਂ ਆਉਂਦੀ ਹੈ, ਆਪਸ਼ਨ ਨੇ ਵੈਨ ਅ ਸਿਸਟਮ ਟਰਮੀਨੇਟਸ, ਇਨ ਕੇਸ ਆਫ ਟ੍ਰੈਫਿਕ ਓਵਰਲੋਡਿੰਗ, when connection between two nodes terminates, in case of transfer failure। ਸੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਇਨ ਕੇਸ ਆਫ ਟ੍ਰੈਫਿਕ ਓਵਰਲੋਡਿੰਗ। ਸੋ ਕੰਜੈਸ਼ਨ ਕਦੋਂ ਆਉਂਦੀ ਹੈ, ਜਦੋਂ ਟ੍ਰੈਫਿਕ ਓਵਰਲੋਡ ਹੋ ਜਾਂਦਾ ਹੈ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜਦੋਂ ਟ੍ਰੈਫਿਕ ਨੈਟਵਰਕ ਦੇ ਵਿੱਚ ਮੋਰ ਦੈਨ ਹੋ ਜਾਂਦੀ ਹੈ ਨੈਟਵਰਕ ਜਿੰਨੀ ਕਪੈਸਿਟੀ ਹੈਂਡਲ ਕਰ ਸਕਦਾ ਉਸ ਤੋਂ ਜ਼ਿਆਦਾ। ਵੈਨ ਟ੍ਰੈਫਿਕ ਇਨ ਨੈਟਵਰਕ ਇਜ਼ ਮੋਰ ਦੈਨ ਦਾ ਨੈਟਵਰਕ ਕੁਡ ਹੈਂਡਲ, ਟ੍ਰੈਫਿਕ ਉਸ ਤੋਂ ਜ਼ਿਆਦਾ ਹੋ ਜਾਏ ਜਿੰਨੀ ਨੈਟਵਰਕ ਹੈਂਡਲ ਕਰ ਸਕਦਾ, ਤਾਂ ਉਦੋਂ ਕੀ ਸਿਚੁਏਸ਼ਨ ਬਣ ਜਾਂਦੀ, ਉਦੋਂ ਬਣ ਜਾਂਦੀ ਹੈ ਨੈਟਵਰਕ ਕੰਜੈਸ਼ਨ ਦੀ। ਇਹ ਕੁਐਸਚਨ ਵੀ ਕਾਫੀ ਇੰਪੋਰਟੈਂਟ ਹੈ, ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ। ਸੋ ਧਿਆਨ ਦੇ ਵਿੱਚ ਰੱਖਣਾ, ਇਸ ਦਾ ਰਾਈਟ ਆਪਸ਼ਨ ਕੀ ਹੈ, ਬੀ। ਨੈਕਸਟ ਕੁਐਸਚਨ ਦੇਖਦੇ ਹਾਂ। ਸੋ ਕਮਿਊਨੀਕੇਸ਼ਨ ਚੈਨਲ ਇਜ਼ ਸ਼ੇਅਰਡ ਬਾਏ ਆਲ ਦੀ ਮਸ਼ੀਨਸ ਔਨ ਦਾ ਨੈਟਵਰਕ ਇਨ। ਸੋ ਇੱਥੇ ਆਪਸ਼ਨ ਨੇ ਮਲਟੀਕਾਸਟ ਨੈਟਵਰਕ, ਐਨੀਕਾਸਟ, ਬ੍ਰੋਡਕਾਸਟ, ਯੂਨੀਕਾਸਟ। ਸੋ ਕਮਿਊਨੀਕੇਸ਼ਨ ਚੈਨਲ ਜਿਹੜਾ ਸ਼ੇਅਰ ਹੁੰਦਾ ਉਹ ਕਿਸ ਜਿਹੜਾ ਹੈ
ਨੈਟਵਰਕ ਦੇ ਵਿੱਚ ਸ਼ੇਅਰ ਹੁੰਦਾ ਉਹ ਹੁੰਦਾ ਬ੍ਰੋਡਕਾਸਟ। ਨੈਟਵਰਕ ਦੇ ਵਿੱਚ ਜਿਹੜਾ ਕਮਿਊਨੀਕੇਸ਼ਨ ਚੈਨਲ ਸ਼ੇਅਰ ਕੀਤਾ ਜਾਂਦਾ ਬਾਏ ਆਲ ਦੀ ਮਸ਼ੀਨ। ਸੋ ਇਸ ਦਾ ਰਾਈਟ ਆਪਸ਼ਨ ਹੋ ਗਿਆ ਸੀ। ਸੋ ਬ੍ਰੋਡਕਾਸਟ ਦੇ ਵਿੱਚ ਕੀ ਹੁੰਦਾ ਹੈ, ਇਨਫੋਰਮੇਸ਼ਨ ਜਿਹੜੀ ਸੈਂਡ ਕੀਤੀ ਜਾਂਦੀ ਹੈ ਆਲ ਸਟੇਸ਼ਨ ਨੂੰ ਕੀਤੀ ਜਾਂਦੀ ਹੈ ਜਿਹੜੇ ਕਿ ਨੈਟਵਰਕ ਦੇ ਵਿੱਚ ਹੁੰਦੇ ਆ। ਸੋ ਇਸ ਦਾ ਰਾਈਟ ਆਪਸ਼ਨ ਹੈ ਬ੍ਰੋਡਕਾਸਟ। ਸੋ ਇੱਥੇ ਮੈਂ ਤੁਹਾਨੂੰ ਇਸ ਦਾ ਜਿਹੜਾ ਹੈ ਡਾਇਗਰਾਮ ਵੀ ਦਿਖਾਵਾਂਗੀ। ਨਾਲ ਦੀ ਨਾਲ ਆਪਾਂ ਜਿਹੜਾ ਹੈ ਬਾਕੀ ਜਿਹੜੇ ਨੇ ਯੂਨੀਕ ਕਾਸਟ ਅਤੇ ਮਲਟੀ ਕਾਸਟ ਨੈਟਵਰਕ ਦੇ ਬਾਰੇ ਵੀ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ। ਸੋ ਬ੍ਰੋਡਕਾਸਟ ਦੇ ਵਿੱਚ ਪਤਾ ਲੱਗ ਗਿਆ ਕਿ ਇਨਫੋਰਮੇਸ਼ਨ ਜਿਹੜਾ ਹੈ ਉਹ ਸਾਰੇ ਦੇ ਸਾਰੇ ਸਟੇਸ਼ਨ ਨੂੰ ਸੈਂਡ ਕੀਤੀ ਜਾਂਦੀ ਹੈ। ਮਲਟੀ ਕਾਸਟ ਦੇ ਵਿੱਚ ਕੀ ਹੁੰਦਾ, ਜਿਹੜੀ ਡਾਟਾ ਜਾਂ ਫਿਰ ਇਨਫੋਰਮੇਸ਼ਨ ਹੁੰਦੀ ਹੈ ਉਹ ਗਰੁੱਪ ਆਫ ਸਟੇਸ਼ਨ ਨੂੰ ਸੈਂਡ ਕੀਤੀ ਜਾਂਦੀ ਹੈ ਬਜਾਏ ਕਿ ਸਾਰੇ ਦੇ ਸਾਰੇ ਜਿਹੜੇ ਸਟੇਸ਼ਨ ਨੂੰ ਸੈਂਡ ਕਰਨ ਦੇ। ਸੋ ਮਲਟੀ ਕਾਸਟ ਦੇ ਵਿੱਚ ਗਰੁੱਪ ਆਫ ਸਟੇਸ਼ਨ ਨੂੰ, ਬ੍ਰੋਡਕਾਸਟ ਦੇ ਵਿੱਚ ਸਾਰੇ ਸਟੇਸ਼ਨਸ ਨੂੰ, ਔਰ ਯੂਨੀਕਾਸਟ ਦੇ ਵਿੱਚ ਜਿਹੜੀ ਹੈ ਓਨਲੀ ਵਨ ਸਪੈਸੀਫਿਕ ਸਟੇਸ਼ਨ ਜਿਹੜਾ ਹੈ ਉਸ ਨੂੰ ਸੈਂਡ ਕੀਤੀ ਜਾਂਦੀ ਹੈ, ਵਨ ਸਪੈਸੀਫਿਕ ਸਟੇਸ਼ਨ। ਸੋ ਡਾਇਗਰਾਮ ਦੇ ਵਿੱਚ ਦੇਖਦੇ ਹਾਂ, ਇਹ ਤੁਸੀਂ ਦੇਖੋ ਜਿਹੜੀ ਇਨਫੋਰਮੇਸ਼ਨ ਹੈ ਉਹ ਇੱਕ ਸਪੈਸੀਫਿਕ ਜਿਹੜਾ ਸਟੇਸ਼ਨ ਨੂੰ ਸੈਂਡ ਕੀਤੀ ਗਈ। ਸੋ ਇਹ ਯੂਨੀਕਾਸਟ ਹੋ ਗਿਆ। ਬ੍ਰੋਡਕਾਸਟ ਦੇ ਵਿੱਚ ਆਪਣੇ ਕੋਲ 3 ਹੈ, 3 ਸਬਸਕ੍ਰਾਈਬਰ ਨੇ, ਤਿੰਨਾਂ ਨੂੰ ਸੈਂਡ ਕੀਤੀ ਗਈ ਹੈ। ਅਲਥੋ ਇਹ ਜਿਹੜਾ ਹੈ ਇਸ ਨੂੰ ਰਿਸੀਵ ਨਹੀਂ ਕਰਨਾ ਚਾਹੁੰਦਾ, ਸੋ ਫਿਰ ਵੀ ਜਿਹੜੀ ਇਨਫੋਰਮੇਸ਼ਨ ਹੈ ਤਿੰਨਾਂ ਨੂੰ ਸੈਂਡ ਕੀਤੀ ਗਈ ਹੈ। ਨੈਕਸਟ ਜਿਹੜਾ ਮਲਟੀਕਾਸਟ ਹੈ ਇਸ ਦੇ ਵਿੱਚ ਦੇਖੋ ਇਨਫੋਰਮੇਸ਼ਨ ਜਿਹੜੀ ਤਿੰਨਾਂ ਨੂੰ ਸੈਂਡ ਨਹੀਂ ਕੀਤੀ ਗਈ, 2 ਨੂੰ ਸੈਂਡ ਕੀਤੀ ਗਈ ਹੈ। ਸੋ ਗਰੁੱਪ ਆਫ ਸਟੇਸ਼ਨ ਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਸੈਂਡ ਕੀਤੀ ਗਈ ਹੈ ਅਤੇ ਇਸ ਨੂੰ ਜਿਹੜਾ ਹੈ ਡਿਸਟਰਬ ਨਹੀਂ ਕੀਤਾ ਗਿਆ। ਠੀਕ ਹੈ, ਤਾਂ ਇਹ ਜਿਹੜਾ ਹੈ ਇਹਨਾਂ ਦਾ ਡਾਇਗਰਾਮ ਸੀ। ਉਮੀਦ ਕਰਦੀ ਹਾਂ ਤੁਹਾਨੂੰ ਸਮਝ ਦੇ ਵਿੱਚ ਆਇਆ ਹੋਏਗਾ। ਨੈਕਸਟ ਕੁਐਸਚਨ ਦੇਖਦੇ ਹਾਂ, ਵਿਚ ਡਿਵਾਈਸ ਇਜ਼ ਯੂਜ਼ ਟੂ ਹੈਂਡਲ ਕੈਰੀਅਰ ਡਿਟੈਕਸ਼ਨ ਐਂਡ ਕੋਲੀਜ਼ਨ ਡਿਟੈਕਸ਼ਨ ਇਨ ਲੈਂਡਸ। ਕਿਹੜਾ ਡਿਵਾਈਸ ਹੈ ਜਿਹੜਾ ਯੂਜ਼ ਕੀਤਾ ਜਾਂਦਾ ਹੈ ਕੈਰੀਅਰ ਡਿਟੈਕਸ਼ਨ ਅਤੇ ਕੋਲੀਜ਼ਨ ਡਿਟੈਕਸ਼ਨ ਵਾਸਤੇ ਲੈਂਡ ਦੇ ਵਿੱਚ। ਸੋ ਆਪਣੇ ਕੋਲ ਆਪਸ਼ਨ ਨੇ ਰਿਪੀਟਰ, ਬ੍ਰਿਜ ਟ੍ਰਾਂਸੀਵਰ ਅਤੇ ਨਨ ਆਫ ਦੀ ਅਬਵ। ਸੋ ਆਪਸ਼ਨ ਜਿਹੜਾ ਸੀ ਹੈ ਇਸ ਦਾ ਰਾਈਟ ਆਨਸਰ ਹੈ, ਇਸ ਦਾ ਰਾਈਟ ਆਨਸਰ ਹੈ। ਨੈਕਸਟ ਦੇਖ ਲੈਂਦੇ ਇਸ ਦੇ ਬਾਰੇ ਥੋੜ੍ਹੀ ਜਿਹੀ ਇਨਫੋਰਮੇਸ਼ਨ। ਸੋ ਇਹ ਜਿਹੜਾ ਹੈ ਟ੍ਰਾਂਸੀਵਰ ਇਹ ਬਣਿਆ ਹੈ ਟਰਾਂਸਮੀਟਰ ਅਤੇ ਰਿਸੀਵਰ ਦੇ ਕੰਬੀਨੇਸ਼ਨ ਤੋਂ। ਇੱਕ ਐਸਾ ਇਲੈਕਟ੍ਰੋਨਿਕ ਡਿਵਾਈਸ ਹੈ ਜਾਂ ਫਿਰ ਆਪਾਂ ਸਰਕਟ ਕਹਿ ਸਕਦੇ ਹਾਂ ਜਿਹੜਾ ਕਿ ਟਰਾਂਸਮਿਟ ਵੀ ਕਰਦਾ ਹੈ ਅਤੇ ਰਿਸੀਵ ਵੀ ਕਰ ਸਕਦਾ ਹੈ। ਇਸੇ ਕਰਕੇ ਇਸ ਨੂੰ ਕੀ ਕਿਹਾ ਗਿਆ ਹੈ ਟਰਾਂਸੀਵਰ। ਠੀਕ ਹੈ, ਟਰਾਂਸਮੀਟਰ ਅਤੇ ਰਿਸੀਵਰ, ਇਸ ਕਰਕੇ ਇਸ ਦਾ ਇਹ ਨਾਮ ਪਿਆ। ਅਤੇ ਸੈੱਲਫੋਨ ਨੇ ਜਿਹੜੇ ਉਹ ਇਸ ਦੀ ਇੱਕ ਐਕਸੀਲੈਂਟ ਐਗਜ਼ਾਮਪਲ ਨੇ। ਠੀਕ ਹੈ, ਟਰਾਂਸੀਵਰ ਦੀ। ਤਾਂ ਇਹ ਤੁਸੀਂ ਥੋੜ੍ਹਾ ਜਿਹਾ ਇਸ ਬਾਰੇ ਯਾਦ ਰੱਖਣਾ ਹੈ। ਨੈਕਸਟ ਜਿਹੜਾ ਕੁਐਸਚਨ ਦੇਖਦੇ ਹਾਂ, ਇਨ ਟਰਮਸ ਆਫ ਸਾਈਜ਼ ਆਫ ਦਾ ਨੈਟਵਰਕ ਦਾ ਕਰੈਕਟ ਆਰਡਰ ਇਜ਼। ਸੋ ਇੱਥੇ ਜਿਹੜਾ ਨੈਟਵਰਕ ਦਾ ਕਰੈਕਟ ਆਰਡਰ ਦੱਸਣਾ ਆਪਾਂ। ਸੋ ਆਪਣੇ ਕੋਲ ਆਪਸ਼ਨ ਨੇ ਇੱਥੇ, ਤੁਸੀਂ ਮੈਂ ਇਸਦਾ ਜਿਹੜਾ ਰਾਈਟ ਆਨਸਰ ਡਿਸਕਸ ਕਰਾਂਗੀ ਵਿਦਆਊਟ, ਤਾਂ ਕਿ ਆਪਣਾ ਜਿਹੜਾ ਟਾਈਮ ਹੈ ਉਹ ਵੇਸਟ ਨਾ ਹੋਏ। ਸੋ ਰਾਈਟ ਆਨਸਰ ਹੈ ਪੈਨ, ਲੈਨ, ਮੈਨ ਅਤੇ ਵੈਨ। ਪੈਨ ਦਾ ਤੁਹਾਨੂੰ ਆਲਰੇਡੀ ਪਤਾ ਹੈ, ਆਪਾਂ ਡਿਸਕਸ ਕੀਤਾ ਉੱਪਰ ਬਲੂਟੂਥ ਵਾਲਾ ਕੁਐਸਚਨ। ਸੋ ਪੈਨ ਪਰਸਨਲ ਏਰੀਆ ਨੈਟਵਰਕ, ਉਸ ਤੋਂ ਬਾਅਦ ਲੈਨ ਆਏਗਾ ਲੋਕਲ ਏਰੀਆ ਨੈਟਵਰਕ, ਦੈਨ ਮੈਨ ਮੈਟਰੋਪੋਲੀਟਨ ਏਰੀਆ ਨੈਟਵਰਕ, ਦੈਨ ਵੈਨ ਵਾਈਡ ਏਰੀਆ ਨੈਟਵਰਕ। ਸੋ ਇਹ ਜਿਹੜੇ ਆਰਡਰ ਦੇ ਅਕੋਰਡਿੰਗ ਅਸੈਂਡਿੰਗ ਆਰਡਰ 'ਚ ਜਿਹੜੇ ਹੈ ਅਰੇਂਜ ਕੀਤੇ ਗਏ ਨੇ। ਸੋ ਇਹ ਤੁਸੀਂ ਯਾਦ ਰੱਖਣਾ। ਆਪਸ਼ਨ ਏ ਜਿਹੜਾ ਹੈ ਇਸ ਦਾ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਦੇਖ ਲੈਂਦੇ ਹਾਂ। ਨੈਕਸਟ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਕੈਨ ਡਿਟਰਮਾਈਨ ਦਾ ਕੈਟੇਗਰੀ ਆਫ ਦਾ ਨੈਟਵਰਕ। ਸੋ ਕਿਹੜੇ ਇਹਨਾਂ ਦੇ ਵਿੱਚ ਜਿਹੜੇ ਹੈ ਕੈਟੇਗਰੀ ਨੈਟਵਰਕ ਦੀ ਡਿਟਰਮਾਈਨ ਕਰਦੇ ਨੇ। ਸੋ ਆਪਣੇ ਕੋਲ ਆਪਸ਼ਨ ਨੇ ਫਿਜ਼ੀਕਲ ਆਰਕੀਟੈਕਚਰ, ਸਾਈਜ਼, ਓਨਰਸ਼ਿਪ ਜਾਂ ਫਿਰ ਆਲ ਆਫ ਦੀ ਅਬਵ। ਸੋ ਇਸ ਦੇ ਵਿੱਚ ਜਿਹੜਾ ਰਾਈਟ ਆਨਸਰ ਹੈ ਉਹ ਹੈ ਡੀ, ਆਲ ਆਫ ਦੀ ਅਬਵ ਜਿਹੜਾ ਹੈ ਰਾਈਟ ਆਨਸਰ ਹੈ ਇਸ ਕੁਐਸਚਨ ਦਾ। ਨੈਕਸਟ ਕੁਐਸਚਨ ਦੇਖਦੇ ਹਾਂ, ਡਿਫਾਈਨ ਦੀ ਟਰਮ ਵਰਕ ਸਟੇਸ਼ਨ। ਸੋ ਵਰਕ ਸਟੇਸ਼ਨ ਕੀ ਹੁੰਦਾ ਹੈ, ਇਹ ਟਰਮ ਕਾਫੀ ਡਿਸਕਸ ਕੀਤੀ ਜਾਂਦੀ ਹੈ ਜਿਹੜੀ ਕੰਪਿਊਟਰ ਨੈਟਵਰਕ ਦੇ ਵਿੱਚ। ਸੋ ਇਸ ਦਾ ਰਾਈਟ ਆਨਸਰ ਕੀ ਹੈ, ਆ ਕੰਪਿਊਟਰ ਕਨੈਕਟਡ ਟੂ ਅਦਰਸ ਔਨ ਅ ਨੈਟਵਰਕ। ਕੰਪਿਊਟਰ ਜਿਹੜਾ ਕਿ ਦੂਜਿਆਂ ਦੇ ਨਾਲ ਕਨੈਕਟ ਹੁੰਦਾ ਨੈਟਵਰਕ ਦੇ ਵਿੱਚ, ਉਸਨੂੰ ਕੀ ਬੋਲਿਆ ਜਾਂਦਾ ਹੈ, ਵਰਕ ਸਟੇਸ਼ਨ। ਸੋ ਇਸ ਦਾ ਰਾਈਟ ਆਪਸ਼ਨ ਹੈ ਏ। ਨੈਕਸਟ ਹੈ ਡਿਫਾਈਨ ਦਾ ਟਰਮ ਸਟੈਂਡ ਅਲੋਨ। ਸੋ ਸਟੈਂਡ ਅਲੋਨ ਕੰਪਿਊਟਰ ਜਸਟ ਆਪੋਜ਼ਿਟ ਹੈ ਜਿਹੜਾ ਵਰਕ ਸਟੇਸ਼ਨ ਦਾ। ਤਾਂ ਇਸ ਦਾ ਰਾਈਟ ਆਪਸ਼ਨ ਹੈ ਬੀ, ਆ ਕੰਪਿਊਟਰ ਬਾਈ ਇਟ ਸੈਲਫ ਨੋਟ ਕਨੈਕਟਡ ਟੂ ਅਦਰਸ। ਠੀਕ ਹੈ, ਜਿਹੜਾ ਕਨੈਕਟ ਨਹੀਂ ਹੁੰਦਾ ਉਹ ਕੰਪਿਊਟਰ ਕੀ ਹੁੰਦਾ ਹੈ, ਸਟੈਂਡ ਅਲੋਨ ਕੰਪਿਊਟਰ। ਇਸ ਦਾ ਰਾਈਟ ਆਨਸਰ ਕੀ ਹੈ, ਆਪਸ਼ਨ ਬੀ ਜਿਹੜਾ ਹੈ ਇਸ ਕੁਐਸਚਨ ਦਾ ਰਾਈਟ ਆਨਸਰ ਹੈ। ਠੀਕ ਹੈ, ਆਪਸ਼ਨ ਬੀ। ਨੈਕਸਟ ਕੁਐਸਚਨ ਦੇਖਦੇ ਹਾਂ, ਵਟ ਇਜ਼ ਐਨ ਐਡਵਾਂਟੇਜ ਆਫ ਲੈਨ। ਐਡਵਾਂਟੇਜ ਕੀ ਹੈ ਲੈਨ ਦਾ। ਸੋ ਆਪਸ਼ਨ ਏ ਹੈ, ਇਟ ਇਜ਼ ਮੋਰ ਸਿਕਿਉਰ ਦੈਨ ਅ ਸਟੈਂਡ ਅਲੋਨ ਕੰਪਿਊਟਰ, ਡਾਟਾ ਐਂਡ ਇਨਫੋਰਮੇਸ਼ਨ ਕਾਂਟ ਬੀ ਈਜ਼ੀਲੀ ਸ਼ੇਅਰਡ, ਯੂ ਕੈਨ ਸ਼ੇਅਰ ਪੈਰੀਫਿਰਲਸ ਲਾਈਕ ਪ੍ਰਿੰਟਰ ਜਾਂ ਫਿਰ ਐਕਸਪੈਂਸਿਵ ਟੂ ਸੈਟਅਪ। ਸੋ ਇਸ ਦੇ ਵਿੱਚ ਰਾਈਟ ਆਪਸ਼ਨ ਕੀ ਹੈ, ਰਾਈਟ ਆਪਸ਼ਨ ਹੈ ਸੀ, ਯੂ ਕੈਨ ਸ਼ੇਅਰ ਪੈਰੀਫਿਰਲਸ ਲਾਈਕ ਪ੍ਰਿੰਟਰ। ਆਪਾਂ ਜਿਹੜੇ ਹੈ ਪੈਰੀਫਿਰਲਸ ਆਪਾਂ ਸ਼ੇਅਰ ਕਰ ਸਕਦੇ ਹਾਂ ਪ੍ਰਿੰਟਰਸ ਜਿਵੇਂ ਕਿ। ਸੋ ਇਸ ਦਾ ਰਾਈਟ ਆਪਸ਼ਨ ਕੀ ਹੋ ਗਿਆ, ਸੀ ਜਿਹੜਾ ਹੈ ਇਸ ਦਾ ਰਾਈਟ ਆਪਸ਼ਨ ਹੈ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ। ਨੈਕਸਟ ਕੁਐਸਚਨ ਹੈ, ਹਾਊ ਇਜ਼ ਵਾਈਫਾਈ ਟਰਾਂਸਮਿਟਡ ਬਿਟਵੀਨ ਡਿਵਾਈਸਿਸ। ਵਾਈਫਾਈ ਜਿਹੜਾ ਟਰਾਂਸਮਿਟ ਕਿਵੇਂ ਹੁੰਦਾ ਡਿਵਾਈਸਿਸ ਦੇ ਵਿੱਚ, ਐਕਸ-ਰੇ, ਗਾਮਾ ਵੇਵ, ਇਨਫਰਾਰੈਡ ਵੇਵ ਜਾਂ ਫਿਰ ਰੇਡੀਓ ਵੇਵ। ਸੋ ਰਾਈਟ ਆਪਸ਼ਨ ਕੀ ਹੈ ਆਪਣੇ ਕੋਲ, ਰਾਈਟ ਆਪਸ਼ਨ ਜਿਹੜਾ ਹੈ ਉਹ ਹੈ ਆਪਸ਼ਨ ਡੀ, ਰੇਡੀਓ ਵੇਵਸ ਦੇ ਥਰੂ ਜਿਹੜਾ ਹੈ ਜਿਹੜਾ ਵਾਈਫਾਈ ਟਰਾਂਸਮਿਟ ਹੁੰਦਾ ਡਿਵਾਈਸਿਸ ਦੇ ਵਿੱਚ। ਇੰਪੋਰਟੈਂਟ ਹੈ ਕੁਐਸਚਨ। ਠੀਕ ਹੈ, ਆਨਸਰ ਡੀ ਇਸ ਦਾ ਜਿਹੜਾ ਰਾਈਟ ਆਪਸ਼ਨ ਹੈ।
ਨੈਕਸਟ ਕੁਐਸਚਨ ਦੇਖਦੇ ਹਾਂ। ਅ ਕੰਪਿਊਟਰ ਲੈਬੋਰਟਰੀ ਇਜ਼ ਐਨ ਐਗਜ਼ਾਮਪਲ ਆਫ, ਇਹ ਈਜ਼ੀ ਹੈ ਕੁਐਸਚਨ, ਆਈ ਹੋਪ ਤੁਹਾਨੂੰ ਪਤਾ ਹੀ ਹੋਏਗਾ। ਕੰਪਿਊਟਰ ਲੈਬੋਰਟਰੀ ਕਿਸ ਦੀ ਐਗਜ਼ਾਮਪਲ ਹੈ? ਤਾਂ ਕੰਪਿਊਟਰ ਲੈਬੋਰਟਰੀ ਐਗਜ਼ਾਮਪਲ ਹੈ ਲੈਨ ਦੀ, ਠੀਕ ਹੈ। ਪਰਸਨਲ ਨੈਟਵਰਕ ਹੋ ਗਿਆ ਬੇਸਿਕਲੀ, ਇੱਕ ਪ੍ਰਾਈਵੇਟ ਆਪਾਂ ਕਹਿ ਸਕਦੇ ਹਾਂ, ਪ੍ਰਾਈਵੇਟ ਨੈਟਵਰਕ। ਸੋ ਲੈਨ ਦੀ ਐਗਜ਼ਾਮਪਲ ਹੈ ਕੰਪਿਊਟਰ ਲੈਬੋਰਟਰੀ, ਸੋ ਇਸ ਦਾ ਰਾਈਟ ਆਪਸ਼ਨ ਕੀ ਹੋ ਗਿਆ? ਏ, ਠੀਕ ਹੈ, ਰਾਈਟ ਆਪਸ਼ਨ ਹੋ ਗਿਆ ਏ। ਨੈਕਸਟ ਕੁਐਸਚਨ ਦੇਖਦੇ ਹਾਂ। ਦੀ ਮੋਸਟ ਕਾਮਨ ਕੇਬਲਿੰਗ ਯੂਜ਼ਡ ਇਨ ਨੈਟਵਰਕਿੰਗ ਇਜ਼, ਮੋਸਟ ਕਾਮਨ ਕੇਬਲਿੰਗ ਕਿਹੜੀ ਯੂਜ਼ ਕੀਤੀ ਜਾਂਦੀ ਹੈ ਨੈਟਵਰਕਿੰਗ ਦੇ ਵਿੱਚ? ਤਾਂ ਰਾਈਟ ਆਪਸ਼ਨ ਹੈ ਈਥਰਨੈਟ, ਠੀਕ ਹੈ। ਈਥਰਨੈਟ ਜਿਹੜੀ ਹੈ ਉਹ ਮੋਸਟ ਕਾਮਨ ਕੇਬਲਿੰਗ ਹੈ। ਇਸ ਦੇ ਬਾਰੇ ਥੋੜ੍ਹਾ ਜਿਹਾ ਜਾਣਦੇ ਹਾਂ। ਸੋ ਈਥਰਨੈਟ ਕੀ ਹੈ? ਇਹ ਕੇਬਲ ਕਨੈਕਟ ਕਰਦੀਆਂ ਡਿਵਾਈਸਿਸ ਸੱਚ ਐਸ PC, ਰਾਊਟਰ, ਸਵਿਚਿਸ ਵਿਦਿਨ ਆ ਲੋਕਲ ਏਰੀਆ ਨੈਟਵਰਕ। ਅਤੇ ਇਹ ਜਿਹੜੀ ਕੇਬਲਸ ਹੈ ਲਿਮਿਟਡ ਹੁੰਦੀਆਂ ਲੈਂਥ ਕਰਕੇ ਅਤੇ ਡਿਊਰੇਬਿਲਿਟੀ ਕਰਕੇ, ਠੀਕ ਹੈ। ਇਟ ਇਜ਼ ਜਨਰਲੀ ਅਤੇ ਫਾਸਟਰ ਵੀ ਹੁੰਦੀਆਂ ਵਾਈਫਾਈ ਕਨੈਕਸ਼ਨ ਤੋਂ, ਔਰ ਰਿਲਾਇਬਿਲਿਟੀ ਐਂਡ ਸਿਕਿਉਰਿਟੀ ਜਿਹੜੀ ਹੈ ਪ੍ਰੋਵਾਈਡ ਕਰਦੀਆਂ ਨੇ। ਲੈਨ ਕੇਬਲ ਜਿਹੜੀ ਹੈ ਉਸਨੂੰ ਮੋਸਟ ਕਾਮਨਲੀ ਆਪਾਂ ਕੀ ਕਹਿ ਦਿੰਦੇ ਆ? ਈਥਰਨੈਟ ਕੇਬਲ। ਸੋ ਲੈਨ ਕੇਬਲ ਜਿਹੜੀ ਉਸਨੂੰ ਈਥਰਨੈਟ ਕੇਬਲ ਵੀ ਕਿਹਾ ਜਾਂਦਾ ਹੈ। ਸੋ ਇਹ ਜਿਹੜਾ ਇਸ ਦੇ ਰਿਗਾਰਡਿੰਗ ਇੰਪੋਰਟੈਂਟ ਜਿਹੜੇ ਪੁਆਇੰਟ ਸੀ। ਨੈਕਸਟ ਜਿਹੜਾ ਹੈ ਕੁਐਸਚਨ, ਇਹ ਦੇਖੋ ਇੱਥੇ ਇਸ ਦਾ ਡਾਇਗਰਾਮ ਵੀ ਹੈ। ਇਹ ਜਿਹੜੀ ਈਥਰਨੈਟ ਕੇਬਲ ਤੁਸੀਂ ਦੇਖੀ ਵੀ ਹੋਏਗੀ ਜਾਂ ਫਿਰ ਲੈਨ ਕੇਬਲ, ਇਸ ਦਾ ਡਾਇਗਰਾਮ ਹੈ, ਤਾਂ ਇਸ ਤੋਂ ਵੀ ਤੁਹਾਨੂੰ ਈਜ਼ੀਲੀ ਯਾਦ ਰਹਿ ਜਾਏਗਾ। ਸੋ ਅੱਗੇ ਆਪਣੇ ਕੋਲ ਕੁਐਸਚਨ ਹੈ ਜਿਹੜਾ ਨੈਕਸਟ ਕੁਐਸਚਨ ਹੈ, ਵਟ ਇਜ਼ ਅ ਸਰਵਰ ਇਨ ਕੰਪਿਊਟਰ ਨੈਟਵਰਕ? ਸਰਵਰ ਕੀ ਹੁੰਦਾ ਕੰਪਿਊਟਰ ਨੈਟਵਰਕ ਦੇ ਵਿੱਚ? ਤਾਂ ਸਮਵਨ ਹੂ ਮੈਨੇਜਿਸ ਦੀ ਨੈਟਵਰਕ, ਦੀ ਨੇਮ ਫॉर ਅ ਲਾਰਜ ਨੰਬਰ ਆਫ ਕੰਪਿਊਟਰ ਕੇਬਲਸ। ਨੈਕਸਟ ਹੈ ਇਹ ਪਾਵਰਫੁਲ ਕੰਪਿਊਟਰ ਦੈਟ ਪ੍ਰੋਵਾਈਡਸ ਅ ਸਰਵਿਸ ਸੱਚ ਐਸ ਸੈਂਟਰਲਾਈਜ਼ ਫਾਈਲ ਸਟੋਰੇਜ, ਜਾਂ ਫਿਰ ਆਲ ਆਫ ਦੀ ਅਬਵ। ਸੋ ਇਸ ਦੇ ਵਿੱਚ ਜਿਹੜਾ ਰਾਈਟ ਆਪਸ਼ਨ ਹੈ ਉਹ ਹੈ ਆਪਸ਼ਨ ਸੀ, a powerful computer that provides a service such as centralized file storage। ਸੋ ਇਸ ਦਾ ਰਾਈਟ ਆਪਸ਼ਨ ਕੀ ਹੈ? ਸੀ। ਸੋ ਸਰਵਰ ਦੇ ਬਾਰੇ ਥੋੜ੍ਹੇ ਹੋਰ ਪੁਆਇੰਟ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਸਰਵਰ ਬੇਸਿਕਲੀ ਕੀ ਹੁੰਦਾ ਹੈ? ਕੰਪਿਊਟਰ ਸਿਸਟਮ ਹੁੰਦਾ ਹੈ ਜਿਹੜਾ ਕੀ ਪ੍ਰੋਵਾਈਡ ਕਰਦਾ? ਰਿਸੋਰਸਿਸ, ਡੇਟਾ, ਸਰਵਿਸਿਜ਼, ਠੀਕ ਹੈ, ਅਤੇ ਪ੍ਰੋਗਰਾਮਸ ਬਾਕੀ ਕੰਪਿਊਟਰਸ ਨੂੰ, ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਹਾਂ? ਕਲਾਇੰਟਸ ਓਵਰ ਅ ਨੈਟਵਰਕ। ਮਤਲਬ ਕਿ ਇੱਕ ਜਿਹੜਾ ਇਹ ਸਪੋਜ਼ ਕਰ ਲਓ ਇਹ ਸਰਵਰ ਹੋ ਗਿਆ, ਇਹ ਬਾਕੀ ਦੇ ਜਿਹੜੇ ਹੋਰ ਨੋਡਸ ਹੋਣਗੇ ਇੱਥੇ ਉਹਨਾਂ ਨੂੰ ਕੀ ਹੈ ਜਿਹੜਾ ਹੈ ਸਰਵਿਸਿਜ਼ ਪ੍ਰੋਵਾਈਡ ਕਰੇਗਾ। ਸਰਵਿਸ ਜਿਹੜੀ ਹੈ ਰਿਸੋਰਸ ਵੀ ਹੋ ਸਕਦਾ, ਕੋਈ ਡੇਟਾ ਵੀ ਹੋ ਸਕਦਾ, ਕੋਈ ਪ੍ਰੋਗਰਾਮ ਵੀ ਹੋ ਸਕਦਾ, ਠੀਕ ਹੈ। ਅਤੇ ਵੈਸੇ ਜਿਹੜਾ ਕੋਈ ਵੀ ਕੰਪਿਊਟਰ ਜਦੋਂ ਦੂਜੇ ਕੰਪਿਊਟਰ ਨਾਲ ਰਿਸੋਰਸ ਸ਼ੇਅਰ ਕਰਦਾ ਤਾਂ ਉਸਨੂੰ ਕੀ ਕਿਹਾ ਜਾਂਦਾ ਹੈ? ਸਰਵਰ ਹੀ ਕਿਹਾ ਜਾਂਦਾ ਹੈ। ਸਰਵਰ ਜਿਹੜੇ ਹੈ ਉਹਨਾਂ ਦੀ ਵੀ ਟਾਈਪਸ ਹੁੰਦੀਆਂ ਨੇ ਫਰਦਰ, ਵੈਬ ਸਰਵਰ ਹੋ ਗਏ, ਮੇਲ ਸਰਵਰ ਹੋ ਗਏ, ਵਰਚੁਅਲ ਸਰਵਰ ਹੋ ਗਏ, ਬਟ ਆਪਾਂ ਨੂੰ ਇੰਨੀ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈ। ਸੋ ਇੰਨਾ ਹੀ ਜਿਹੜਾ ਹੈ ਜ਼ਰੂਰੀ ਸੀ ਅਤੇ ਉਹ ਇਸ ਕੁਐਸਚਨ ਦੇ ਵਿੱਚ ਆਪਾਂ ਕਵਰ ਕਰ ਲਿਆ। ਸੋ ਇਸ ਦਾ ਜਿਹੜਾ ਰਾਈਟ ਆਪਸ਼ਨ ਹੈ ਉਹ ਹੈ ਸੀ, ਰਾਈਟ ਆਪਸ਼ਨ ਹੈ ਸੀ। ਸੋ ਇਹ ਜਿਹੜੇ ਸੀ ਅੱਜ ਦੀ ਇਸ ਦੇ ਵਿੱਚ ਇੱਕ ਡਾਇਗਰਾਮ ਵੀ ਲਿਆ ਮੈਂ, ਇਹ ਡਾਇਗਰਾਮ ਦੇ ਥਰੂ ਦੇਖ ਸਕਦੇ ਹੋ ਤੁਸੀਂ। ਇਹ ਡਾਇਗਰਾਮ ਦੇ ਵਿੱਚ ਕੀ ਹੈ? ਇਹ ਸਰਵਰ ਹੈ, ਠੀਕ ਹੈ, ਇਹ ਉਸਦੇ ਜਿਹੜੇ ਨੇ ਕਲਾਇੰਟਸ ਨੇ, ਇਹ ਇੱਥੇ ਕਲਾਇੰਟਸ ਨੇ, ਇਹ ਜਿਹੜਾ ਹੈ ਆਪਸ ਦੇ ਵਿੱਚ ਸ਼ੇਅਰਿੰਗ ਕਰ ਸਕਦੇ ਹਾਂ, ਅਤੇ ਇਸ ਨੂੰ ਕੀ ਕਿਹਾ ਜਾਂਦਾ ਹੈ? ਕਲਾਇੰਟ ਸਰਵਰ ਮਾਡਲ, ਠੀਕ ਹੈ, ਕਲਾਇੰਟ ਸਰਵਰ ਮਾਡਲ। ਸੋ ਜਿਹੜਾ ਇਹ ਅੱਜ ਦੇ ਕੁਐਸਚਨ ਸੀ ਅੱਜ ਦੀ ਵੀਡੀਓ ਦੇ ਵਿੱਚ, ਇਸ ਦੇ ਵਿੱਚ ਆਪਾਂ ਬੇਸਿਕ ਕੁਐਸਚਨ ਲਏ ਨੇ। ਸੋ ਇਹ ਇੱਕ ਕੁਐਸਚਨ ਹੈ ਜਿਹੜਾ ਕਿ ਮੈਂ ਤੁਹਾਡੇ ਵਾਸਤੇ ਲਿਆ, ਇਸ ਦਾ ਆਨਸਰ ਤੁਸੀਂ ਕਰਨਾ ਹੈ। ਅਤੇ ਕੁਐਸਚਨ ਹੈ ਕਨੈਕਟਿੰਗ 2 ਔਰ ਮੋਰ ਨੈਟਵਰਕਸ ਟੂ ਫੋਰਮ ਅ ਸਿੰਗਲ ਨੈਟਵਰਕ। 2 ਜਾਂ ਫਿਰ 2 ਤੋਂ ਜ਼ਿਆਦਾ ਜਦੋਂ ਨੈਟਵਰਕਸ ਨੂੰ ਕਨੈਕਟ ਕਰਕੇ ਇੱਕ ਸਿੰਗਲ ਨੈਟਵਰਕ ਬਣਾਇਆ ਜਾਂਦਾ ਤਾਂ ਉਸਨੂੰ ਕੀ ਕਿਹਾ ਜਾਂਦਾ? ਆਪਸ਼ਨ ਨੇ ਆਪਣੇ ਕੋਲ ਇੰਟਰਨੈਟਵਰਕਿੰਗ, ਇੰਟਰਾ ਨੈਟਵਰਕਿੰਗ, ਇੰਟਰਕਨੈਕਟਿੰਗ, ਜਾਂ ਫਿਰ ਇੰਟਰਾ ਕਨੈਕਟਿਵਿਟੀ। ਸੋ ਇਹ ਜਿਹੜੇ ਆਪਸ਼ਨ ਦੇ ਵਿੱਚੋਂ ਤੁਸੀਂ ਜਿਹੜਾ ਹੈ ਆਨਸਰ ਕਰਨਾ ਹੈ ਕਿਸ ਜਿਹੜਾ ਕੁਐਸਚਨ ਦਾ ਰਾਈਟ ਆਨਸਰ ਕੀ ਹੈ। ਉਮੀਦ ਕਰਦੀ ਹਾਂ ਤੁਸੀਂ ਆਨਸਰ ਕਰੋਗੇ ਅਤੇ ਸਹੀ ਆਨਸਰ ਕਰੋਗੇ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਕੁਛ ਹੋਰ ਇੰਪੋਰਟੈਂਟ ਜਿਹੜੇ ਕੁਐਸਚਨਸ ਦੇ ਨਾਲ। ਹੈਵ ਅ ਨਾਈਸ ਡੇ, ਬਾਏ ਬਾਏ।